ਪੰਜਾਬੀ ਸੱਥ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ MP ਸਿੰਘ, ਵਾਇਸ ਆਫ ਇੰਡੀਆ ਤੋਂ, ਔਰ ਮੇਰੇ ਨਾਲ ਸਟੂਡੀਓ 'ਚ ਨੇ ਗੁਰਨਿੰਦਰ ਬੱਲ ਜੀ। ਸਤਿ ਸ਼੍ਰੀ ਅਕਾਲ ਬੱਲ ਸਾਹਿਬ। ਸਤਿ ਸ਼੍ਰੀ ਅਕਾਲ ਐਮਪੀ ਭਾਜੀ ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ। ਤੁਸੀਂ ਪੰਜਾਬੀ ਸੱਥ ਪ੍ਰੋਗਰਾਮ ਦੇਖਦੇ ਜੀ ਅਤੇ ਨਾਲ ਦੀ ਨਾਲ ਹੀ ਪਿਆਰ ਵੀ ਦਿੰਦੇ ਜੀ। ਪੰਜਾਬੀ ਸੱਥ ਵਿੱਚ ਸਾਡੀ ਬੱਲ ਸਾਹਿਬ ਕੋਸ਼ਿਸ਼ ਰਹੀ ਹੈ, ਹਾਂਜੀ, ਸਾਡੀ ਤੁਹਾਡੀ ਦੋਨਾਂ ਦੀ, ਮੇਰੀ ਤੇ ਤੁਹਾਡੀ ਦੋਨਾਂ ਦੀ, ਸਾਡੀ ਮੈਂ ਤਾਂ ਕਿਹਾ ਹਾਂਜੀ ਹਾਂਜੀ ਕਿ ਅਸੀਂ ਪੰਜਾਬੀਅਤ ਦੀ ਗੱਲ ਕਰੀਏ, ਪੰਜਾਬੀਆਂ ਦੀ ਗੱਲ ਕਰੀਏ। ਜੇ ਅਸੀਂ ਪੰਜਾਬੀਆਂ ਦੀ ਗੱਲ ਨਹੀਂ ਕਰਾਂਗੇ, ਪੰਜਾਬੀਅਤ ਦੀ ਗੱਲ ਨਹੀਂ ਕਰਾਂਗੇ, ਅਤੇ ਸ਼ਾਇਦ ਪੰਜਾਬੀ ਭਾਈਚਾਰੇ ਦੇ ਨਾਲ ਸਾਡਾ ਲਗਾਤਾਰ ਸੰਪਰਕ ਜਿਹੜਾ ਉਹ ਰੱਖਣਾ ਜਿਹੜਾ ਉਹ ਮੁਨਾਸਿਬ ਨਹੀਂ ਹੋ ਸਕਦਾ। ਨਹੀਂ ਅੰਗਰੇਜ਼ੀ ਸੱਥ ਰੱਖ ਦਿੰਦੇ, ਨਹੀਂ ਤਾਂ ਨਾ ਫਿਰਦੇ। ਫਿਰ ਅੰਗਰੇਜ਼ੀ ਸੱਥ ਰੱਖਾਂਗੇ ਤੇ ਫਿਰ ਅੰਗਰੇਜ਼ੀ ਦੀਆਂ ਗੱਲਾਂ ਕਰਨੀਆਂ ਪੈਣਗੀਆਂ। ਪੰਜਾਬੀ ਸੱਥ ਹੈ ਤੇ ਫਿਰ ਪੰਜਾਬੀ ਦੀਆਂ ਗੱਲਾਂ ਕਰਾਂਗੇ। ਹਾਂ ਬਿਲਕੁਲ ਬਿਲਕੁਲ। ਪੰਜਾਬੀ ਦੀ ਗੱਲ ਮੈਂ ਪੰਜਾਬ ਜਾਂ ਪੰਜਾਬੀ ਜਾਂ ਪੰਜਾਬੀਅਤ ਦੀ ਜਦੋਂ ਗੱਲ ਕਰਦੇ ਜੀ, ਇੱਕ ਚਿੰਤਾ ਦਾ ਵਿਸ਼ਾ ਅੱਜ ਕੱਲ੍ਹ ਬਹੁਤ ਜ਼ਿਆਦਾ ਗੰਭੀਰ ਬਣਿਆ ਪਿਆ, ਔਰ ਕਈ ਵਾਰੀ ਮਨ ਬੜਾ ਉਦਾਸ ਹੋ ਜਾਂਦਾ ਜੀ ਜੀ। ਜਦੋਂ ਅਸੀਂ ਇਹ ਗਰਮੀਆਂ ਦੇ ਦਿਨ ਆਉਂਦੇ ਨਾ ਜੀ। ਹਾਂਜੀ ਹਾਂਜੀ। ਆਮ ਤੌਰ 'ਤੇ ਲੋਕ, ਸਾਰੇ ਲੋਕ, ਜੀ ਉਹਨਾਂ 'ਚ ਅਸੀਂ ਤੁਸੀਂ ਵੀ ਸ਼ਾਮਲ ਹਾਂ, ਅਸੀਂ ਉਡਾਰੀਆਂ ਮਾਰ ਕੇ ਬੀਚਾਂ 'ਤੇ ਪਹੁੰਚ ਜਾਂਦੇ ਜੀ, ਪਾਣੀ 'ਚ ਜਾ ਕੇ ਕਲਕਾਰੀਆਂ ਮਾਰਦੇ ਜੀ ਜੀ। ਠੀਕ ਹੈ ਜੀ। ਫਿਰ ਫਾਸਟ ਜਿਹੜੀਆਂ ਕਾਰਾਂ ਵੀ ਤੇਜ਼ ਚਲਾਉਂਦੇ ਆ ਕੋਈ ਸਮਰ ਇੱਦਾਂ ਦੀ ਖਾਲੀ ਜਾਂਦੀ ਹੋਊਗੀ ਜਦੋਂ ਦੋ ਘਟਨਾਵਾਂ ਜਿਹੜੀਆਂ ਉਹ ਨਾ ਹੁੰਦੀਆਂ ਹੋਣ। ਇੱਕ ਤਾਂ ਤੇਜ਼ ਡਰਾਈਵਿੰਗ ਕਰਦਿਆਂ ਦਾ ਐਕਸੀਡੈਂਟ, ਤੇ ਦੂਜੇ ਬੀਚ ਤੇ ਗਿਆ ਦੇ ਪਾਣੀ ਵਿੱਚ ਡੁੱਬਣ ਦੀ ਗੱਲ। ਬਿਲਕੁਲ। ਸਾਡੀ ਪੰਜਾਬੀ ਕਮਿਊਨਿਟੀ 'ਚ ਕੀ ਕਹੀਏ, ਦੂਜਿਆਂ 'ਚ ਹੁੰਦਾ ਹੋਊ, ਲੇਕਿਨ ਜੋ ਸੁਣਨ 'ਚ ਆਉਂਦਾ ਸਾਡੀ ਪੰਜਾਬੀ ਕਮਿਊਨਿਟੀ 'ਚ ਜਾਂ ਹਿੰਦੁਸਤਾਨੀ ਲੋਕਾਂ 'ਚ ਇਹ ਜ਼ਿਆਦਾ ਵਾਪਰਦਾ। ਪਤਾ ਨਹੀਂ ਕੀ ਚੱਕਰ ਹੈ, ਜਾਂ ਬੱਚਿਆਂ ਨੂੰ ਤਰਨ ਦੀ ਜਾਂਚ ਨਹੀਂ ਹੁੰਦੀ, ਜਾਂ ਕਿਸਮਤ ਗਿਣ ਲਓ, ਜਾਂ ਇਵੇਂ ਅਸੀਂ ਕਈ ਵਾਰ ਕਹਿੰਦੇ ਨੇ ਕਿ ਰੱਬ ਦੀ ਕੀਤੀ ਇਹੋ ਜਿਹੀ ਹੁੰਦੀ ਹੈ ਵੀ ਉਹਨੇ ਇੰਨਾ ਸਫ਼ਰ ਬੱਚਿਆਂ ਨੇ ਤੈਅ ਕਰਕੇ ਆਉਣਾ ਹੁੰਦਾ, ਅਤੇ ਉਦੋਂ ਬਾਅਦ ਉਹ ਇੱਕ ਇਹੋ ਜਿਹੀ ਘੜੀ ਹੋ ਜਾਂਦੀ ਹੈ ਜੀ। ਤੁਸੀਂ ਅੰਦਾਜ਼ਾ ਲਾਓ ਕਿ ਇੱਕ ਘਰ ਨੇ ਇੱਕ ਬੱਚੇ 'ਤੇ ਲੱਖਾਂ ਰੁਪਈਆ ਲਾ ਕੇ ਉਹਨੂੰ ਕਮਾਉਣ ਭੇਜਿਆ ਹੁੰਦਾ। ਬਿਲਕੁਲ। ਇਹ ਸਾਰੀਆਂ ਹੀ ਜਿਹੜੀਆਂ ਉਹਨਾਂ ਦੀਆਂ ਆਸਾਂ ਹੁੰਦੀਆਂ, ਜੋ ਵੀ ਕੁਝ ਹੁੰਦਾ, ਉਸ ਬੱਚੇ 'ਤੇ ਵੱਜ ਜਾਂਦੀਆਂ ਨੇ। ਬਿਲਕੁਲ। ਫਿਰ ਅੱਧ ਵਾਟੇ, ਜਿਸ ਤਰ੍ਹਾਂ ਅਸੀਂ ਕਹਿੰਦੇ ਨੇ ਵੀ ਅਸਮਾਨ ਚੜ੍ਹੀ ਪਤੰਗ ਨੂੰ ਜਦੋਂ ਅੱਧ ਵਾਟੇ ਕੱਟੀ ਜਾਵੇ ਤਾਂ ਸਭ ਤੋਂ ਜ਼ਿਆਦਾ ਦੁੱਖ ਉਹਨੂੰ ਹੁੰਦਾ ਜਿਹਨੇ ਚੜ੍ਹਾਈ ਹੋਵੇ ਜਾਂ ਜੋ ਚੜ੍ਹਾ ਰਿਹਾ ਹੋਵੇ, ਅਤੇ ਉਹ ਚੜ੍ਹਾਉਣ ਵਾਲੇ ਹੁੰਦੇ ਪਿੱਛੇ ਮਾਪੇ। ਉਹ ਵਿਚਾਰੇ ਨਾ ਤਾਂ ਹੁਣ ਉਸ ਪਾਸੇ ਜੋਗੇ ਰਹਿੰਦੇ ਆ ਅਤੇ ਨਾ ਹੀ ਉਸ ਪਾਸੇ ਜੋਗੇ ਰਹਿੰਦੇ ਆ, ਕਿਉਂਕਿ ਇੱਕ ਹੁੰਦਾ ਕਿ ਪ੍ਰਮਾਤਮਾ ਦੀ ਚਲੋ ਇਹੋ ਜਿਹੀ ਗੱਲ ਕਿਤੇ ਹੋਵੇ ਹੀ ਨਾ, ਉੱਧਰ ਵੀ ਬੱਚਾ ਕਿਸੇ ਦਾ ਜਵਾਨ ਦੀ ਡੈਥ ਹੋ ਜਾਏ ਨਾ, ਤਾਂ ਉਹਦਾ ਚੱਲ ਘਰ ਸੀ, ਸਾਂਭਿਆ ਸੀ, ਨਾਲੇ ਜੋ ਵੀ ਓੜ ਪੋੜ ਕੀਤਾ ਸੀ ਉਹ ਕੀਤਾ। ਇੱਕ ਅੱਖਾਂ ਤੋਂ ਓਹਲੇ ਇਹ ਕੰਮ ਹੋ ਜਾਣਾ। ਦੂਸਰੀ ਗੱਲ ਉਹ ਦਰਦ, ਦੂਸਰੀ ਗੱਲ ਦਿਲੋਂ ਇਹ ਵੀ ਦਰਦ ਹੁੰਦਾ ਵੀ ਅਸੀਂ ਇੰਨਾ ਕੁਝ ਲਾ ਕੇ ਇੰਨੇ ਸੁਪਨੇ ਸਿਰਜੇ ਸੀ, ਪੱਲੇ ਕੁਛ ਨਹੀਂ ਰਹਿ ਗਿਆ। ਪੱਲੇ ਕੁਛ ਨਹੀਂ। ਅੱਜ ਕੱਲ੍ਹ ਦੇਖੋ ਬੱਲ ਸਾਹਿਬ, ਰਿਵਾਜ ਵੀ ਜਿਹੜੇ ਨਾ ਇੱਕ ਇੱਕ ਦੋ ਦੋ ਬੱਚਿਆਂ ਵਾਲਾ। ਬਿਲਕੁਲ ਬਿਲਕੁਲ ਜੀ। ਠੀਕ ਹੈ ਜੀ। ਮੰਨ ਲਓ ਇੱਕ ਧੀ ਹੈ, ਇੱਕ ਪੁੱਤਰ ਹੈ, ਜਿਹਦਾ ਇੱਕ ਪੁੱਤਰ ਆ ਉਹ ਐਕਸੀਡੈਂਟ 'ਚ ਮਾਰਿਆ ਗਿਆ ਕਿਤੇ, ਹੈ ਜੀ, ਫਾਸਟ ਜਾਂਦਾ ਪਿਆ। ਬਿਲਕੁਲ ਜੀ। ਥਾਂ ਥਾਂ 'ਤੇ ਲਿਖਿਆ ਹੋਇਆ ਕਿ ਤੁਹਾਡੀ ਮੈਕਸੀਮਮ ਸਪੀਡ ਇੰਨੀ ਹੈ। ਹਾਈਵੇ 'ਤੇ ਮੈਕਸੀਮਮ ਸਪੀਡ 110 ਹੈ, ਅਤੇ 110 ਮੈਕਸੀਮਮ ਹੈ। ਤੁਸੀਂ ਘੱਟ ਵੀ ਚਲਾ ਸਕਦੇ, 90 ਦੇ ਵੀ ਚਲਾ ਸਕਦੇ ਹੋ, 80 ਦੇ ਵੀ ਚਲਾ ਸਕਦੇ ਹੋ, ਤੁਹਾਨੂੰ ਕੋਈ ਰੋਕਦਾ ਥੋੜ੍ਹੀ ਹੈ। ਜਿਹੜਾ ਤੁਹਾਡੇ ਪਿੱਛੋਂ ਕੋਈ ਆ ਰਿਹਾ ਉਹ ਆਪੇ ਲੰਘ ਜਾਏਗਾ ਤੁਹਾਨੂੰ ਕ੍ਰੋਸ ਕਰਕੇ। ਉਹ ਉਹਦੀ ਸਿਰਦਰਦੀ ਹੈ ਜੀ, ਉਹਦੀ ਸਿਰਦਰਦੀ। ਤੁਸੀਂ ਆਪਣੇ ਆਪ ਨੂੰ ਸੇਫ ਰੱਖ ਕੇ ਚਲਾਉਣਾ। ਬਿਲਕੁਲ। ਤੁਹਾਨੂੰ ਲੱਗਦਾ ਕਿ ਮੈਂ 80 ਤੇ ਠੀਕ ਹਾਂ ਤੇ 80 ਤੇ ਜਾਓ, ਜੇ ਤੁਹਾਨੂੰ ਲੱਗਦਾ ਮੈਂ 100 ਤੇ ਠੀਕ ਹਾਂ 100 ਤੇ ਜਾਓ, ਪਰ 110 ਤੋਂ ਸੂਈ ਅੱਗੇ ਤੇ ਜਾਣੀ ਨਹੀਂ ਚਾਹੀਦੀ। ਉਹ ਤਾਂ ਕਾਨੂੰਨ ਹੀ ਇਜਾਜ਼ਤ ਨਹੀਂ ਦਿੰਦਾ। ਠੀਕ ਹੈ ਜੀ। ਭਾਵੇਂ ਹਾਈਵੇ, ਜੇ ਹੁਣ ਅੰਦਰਲੀਆਂ ਸਟਰੀਟਾਂ ਦੀ ਗੱਲ ਕੀਤੀ ਜਾਵੇ ਤਾਂ ਸਕੂਲ ਜ਼ੋਨ ਦੀ ਗੱਲ, ਭਾਵੇਂ ਅੱਜ ਕੱਲ੍ਹ ਛੁੱਟੀਆਂ ਹੈਗੀਆਂ, ਸਕੂਲ ਜ਼ੋਨ 'ਚ 30 ਦੀ ਸਪੀਡ ਹੈ ਜੀ। ਉਹ ਰੱਖੀ ਇਸੇ ਕਰਕੇ ਹੈ ਜੀ ਕਿ ਕੋਈ ਹਾਦਸਾ ਨਾ ਹੋਵੇ, ਕੁਛ ਨਾ ਹੋਵੇ। ਹੁਣ ਪਾਣੀ 'ਚ ਵੀ ਕਈ ਵਾਰ ਨਾ ਕੁਝ ਜਗ੍ਹਾ 'ਤੇ ਮੈਨਸ਼ਨ ਕੀਤਾ ਹੁੰਦਾ ਵੀ ਡੂੰਘਾ ਪਾਣੀ ਆ ਜਾਂ ਕੁਛ ਆ, ਸਾਈਨ ਲੱਗੇ ਹੁੰਦੇ, ਸਾਈਨ ਲੱਗੇ, ਪਰ ਫਿਰ ਵੀ ਉਹ ਜਿਸ ਤਰ੍ਹਾਂ ਕਹਿੰਦੇ ਨਾ ਕਿ ਹੋਣੀ ਹਾਰ ਮਿਟਾਵੇ ਕਿਹੜਾ। ਤੇ ਦੇਖੋ ਹੋਣੀ ਤਾਂ ਇਹ ਆ ਜੀ ਵੀ ਆਪਾਂ ਗੱਲ ਕਰਦੇ, ਤੁਸੀਂ ਕਿਹਾ ਵਿੱਚ ਆਪਦੀ ਗੱਲ 'ਚ ਕਿ ਦੂਸਰੀਆਂ ਕਮਿਊਨਿਟੀਆਂ ਦੇ ਨਾਲ ਵੀ ਇਹੋ ਜਿਹੇ ਹਾਦਸੇ ਹੁੰਦੇ ਹੋਣਗੇ। ਦੂਜੀਆਂ ਕਮਿਊਨਿਟੀਆਂ ਬਾਰੇ ਇਹ ਹੈ ਜੀ, ਮੈਂ ਜੰਮਦੇ ਬੱਚੇ ਨੂੰ ਹੀ ਅਜੇ ਜਦੋਂ ਸਾਲ ਕਦਾ ਹੀ ਹੁੰਦਾ ਉਦੋਂ ਤਾਂ ਉਹ ਸਵਿਮਿੰਗ ਦੀਆਂ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਆ। ਬਿਲਕੁਲ। ਉਹਨਾਂ ਨੂੰ ਸਿਖਾਉਣਾ ਸ਼ੁਰੂ ਕਰ ਦਿੰਦੇ, ਅਤੇ ਅਸੀਂ ਆਪਦੇ ਬੱਚਿਆਂ ਨੂੰ ਟੋਕੀ ਜਾਂਦੇ ਪਾਣੀ ਕੋਲ ਨਹੀਂ ਜਾਣਾ। ਠੀਕ ਹੈ ਜੀ। ਸਾਡਾ ਅਤੇ ਉਹਨਾਂ ਦਾ, ਸਾਡੀ ਅਤੇ ਉਹਨਾਂ ਦੀ ਅਪਰੋਚ ਹੀ ਡਿਫਰੈਂਟ ਹੈਗੀ ਹੈ। ਠੀਕ ਹੈ। ਜੇ ਸਾਡੇ ਬੱਚੇ ਜਿਹੜੇ ਇੱਥੋਂ ਦੇ ਜੰਮਪਲ ਆ ਉਹ ਵੀ ਸਵਿਮਿੰਗ ਸਿੱਖ ਲੈਣ ਤੇ ਉਹਨਾਂ ਨੂੰ ਸ਼ਾਇਦ ਇਹਨਾਂ ਹਾਦਸਿਆਂ ਦਾ ਸ਼ਿਕਾਰ ਨਾ ਹੋਣਾ ਪਊਗਾ। ਨਹੀਂ ਜੀ। ਪਰ ਹਾਦਸੇ ਹੁੰਦੇ ਕਿਹਦੇ ਨਾਲ ਆ ਜੀ? ਜਿਹੜੇ ਸਟੂਡੈਂਟ ਆਉਂਦੇ ਆ ਜੋ ਉੱਧਰੋਂ, ਉਹਨਾਂ ਨੂੰ ਇੱਕ ਕਿਸਮ ਦੀ
ਮੈਂ ਨਹੀਂ ਸਮਝਦਾ ਕਿ ਉਹ ਖੁੱਲ੍ਹ ਲੈਣੀ ਨਹੀਂ ਚਾਹੀਦੀ, ਪਰ ਖੁੱਲ੍ਹ ਮਿਲਦੀ ਆ। ਉਹਨੂੰ ਕਿੱਦਾਂ ਸੰਜੀਦਗੀ ਦੇ ਨਾਲ, ਸੰਜਮ ਦੇ ਨਾਲ ਕਿੱਦਾਂ ਉਹਨੂੰ ਮੰਨਣਾ, ਇਹ ਤਾਂ ਆਪਦੇ ਪਾਸੇ ਹੀ ਆ ਨਾ। ਬਿਲਕੁਲ ਜੀ। ਨਾਲੇ ਜਿਹੜੀ ਦੁਨੀਆ 'ਚ ਕੀ ਉਹਨੂੰ ਕਹਿੰਦੇ, ਪੰਜਾਬੀ 'ਚ ਗੱਲ ਕਹਿੰਦੇ ਆ ਕਿ ਸਮਾਂ ਜਿਹੜੀ ਹੋਣੀ ਆ, ਉਹ ਸਮਾਂ ਘਟਨਾ ਤੇ ਉਹ ਹਾਲਾਤ ਬੜਾ ਪੈਦਾ ਕਰਦੀ ਹੈ, ਲੇਕਿਨ ਉਹ ਸਮਾਂ ਘਟਨਾ ਤੇ ਹਾਲਾਤ ਆਪਾਂ ਕੋਸ਼ਿਸ਼ ਕਰੀਏ ਉਹ ਤੋਂ ਬਚਣ ਦੀ। ਬਾਕੀ ਤਾਂ ਪਰਮਾਤਮਾ ਦੇ ਹੱਥ। ਉਹ ਤਾਂ ਮਨ ਨੂੰ ਹੌਸਲਾ ਦੇਣ ਵਾਲੀ ਗੱਲ ਹੈ ਨਾ ਜੀ। ਹੋਣੀ ਸੀ, ਲਿਖਿਆ ਸੀ, ਜਿੱਥੇ ਹੋਣਾ ਸੀ ਉੱਥੇ ਜਗ੍ਹਾ ਫਿਕਸ ਸੀ। ਇਹ ਆਪਣੇ ਮਨ ਨੂੰ ਧਰਵਾਸ ਦੇਣ ਦੀ ਗੱਲ ਹੈ, ਪਰ ਇਹ ਤੋਂ ਬਚਿਆ ਜਾ ਸਕਦਾ। ਹਾਂ, ਮਤਲਬ ਕੋਸ਼ਿਸ਼ ਕਰੀਏ 100% ਦੀ ਬਚਣ ਦੀ, ਕਿਉਂਕਿ ਮੈਂ ਚੰਦ ਲਾਈਨਾਂ ਲਿਖ ਕੇ ਵੀ ਲਿਆਇਆ ਕਿ ਮਾਪਿਆਂ ਦੀ ਹਾਲਾਤ ਕੀ ਹੁੰਦੀ। ਮੇਰਾ ਦੂਰ ਨੇੜੇ ਤੋਂ ਫਰੈਂਡ ਸੀਗਾ, ਉਹਦੇ ਬੱਚੇ ਦੀ ਡੈਥ ਹੋਈ। ਕਿਉਂਕਿ ਫੋਨ 'ਤੇ ਜਦੋਂ ਗੱਲ ਹੁੰਦੀ ਆ, ਚਾਹੇ ਫਰੈਂਡ ਦਾ ਨਾ ਫਰੈਂਡ ਹੋਵੇ, ਉਹਨਾਂ ਦੇ ਹਾਲਾਤ ਪਤਾ ਲੱਗਦੇ ਜੀ। ਫਿਰ ਪਤਾ ਲੱਗਦਾ ਕਿ ਇੱਕ ਹਿਸਾਬ ਨਾਲ ਪਰਿਵਾਰ ਟੁੱਟ ਜਾਂਦਾ ਜੀ। ਜਦੋਂ ਅਸੀਂ ਕਿਸੇ ਪਰਿਵਾਰ ਦੀ ਇਹੋ ਜਿਹੀ ਘਟਨਾ ਵਾਪਰਦੀ ਹੈ ਨਾ ਜੀ, ਹਾਂਜੀ ਹਾਂਜੀ, ਅਸੀਂ ਉਹਦੇ ਬਾਰੇ ਸੁਣਦੇ ਹਾਂ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਜੇ ਇਹ ਸਾਡੇ ਨਾਲ ਇੱਦਾਂ ਹੋ ਜਾਂਦੀ ਫਿਰ ਕੀ ਹੁੰਦਾ। ਬਿਲਕੁਲ, ਦੁੱਖ ਸਮਝਣ ਦਾ ਤਰੀਕਾ ਜੀ। ਠੀਕ ਹੈ ਜੀ। ਫਿਰ ਜਦੋਂ ਤੁਸੀਂ ਇਹ ਤਰੀਕਾ ਸਮਝਦੇ ਹੋ ਕਿ ਮੇਰੇ ਨਾਲ ਜਿੱਦਾਂ ਹੋ ਜਾਂਦੀ, ਤੇ ਫਿਰ ਤੁਸੀਂ ਬਚਣ ਦੀ ਕੋਸ਼ਿਸ਼ ਵੀ ਕਰਦੇ ਹੋ। ਬਿਲਕੁਲ ਜੀ, ਬਿਲਕੁਲ। ਬਚਾਅ ਕਰਨਾ ਤਾਂ ਆਪਦੇ ਵੱਸ ਹੀ ਹੈ ਨਾ। ਹੁਣ ਤੁਸੀਂ ਦੱਸਿਆ ਕਿ ਤੁਹਾਡੇ ਪਰ ਫਰੈਂਡ ਸਰਕਲ ਦੇ ਵਿੱਚ ਗਾਂ ਦੀ ਇੱਦਾਂ ਦੀ ਘਟਨਾ ਵਾਪਰੀ, ਦੁੱਖ ਤੁਹਾਡੇ ਤੱਕ ਪਹੁੰਚ ਗਿਆ। ਬਿਲਕੁਲ ਜੀ। ਉਹ ਸਾਡੇ ਉੱਥੋਂ ਅੰਮ੍ਰਿਤਸਰ ਤੋਂ ਨੰਗਲੀ ਦਾ ਸੀਗਾ ਜੀ ਮੁੰਡਾ, ਮੈਂ ਨਾਮ ਨਹੀਂ ਦੱਸ ਦੇਣਾ ਪਿੰਡ ਦਾ। ਤੇ ਮੇਰਾ ਪਿੰਡ ਬਾਲਿਆ, ਉਹਨਾਂ ਦਾ ਨੰਗਲੀ ਥੋੜੀ ਦੂਰ ਆ। ਤੇ ਸਭ ਤੋਂ ਵੱਡੀ ਗੱਲ ਇਹ ਕਿ ਆਪਾਂ ਸਿੱਖਦੇ ਵੀ ਨਹੀਂ ਨਾ। ਸਾਡੇ ਹੁਣ ਅਸੀਂ ਵਾਰ-ਵਾਰ ਇੱਕੋ ਚੀਜ਼ਾਂ ਰਿਪੀਟ ਕਰੀ ਜਾਂਦੇ, ਜਦ ਕਿ ਦੁੱਖ ਦੀ ਮੈਂ ਤੁਹਾਨੂੰ ਦੱਸਣਾ ਗੱਲ ਵੀ ਇੰਨਾ ਜ਼ਿਆਦਾ ਹੁੰਦਾ। ਤੇ ਕਈ ਵਾਰਾਂ ਤੇ ਐਜ ਏ ਰਾਈਟਰ ਅਸੀਂ ਕਹਿੰਦੇ ਹੁੰਦੇ ਆ ਕਿ ਰੱਬਾ ਪੰਜਾਬ 'ਚ ਹੀ ਉਹਨਾਂ ਰਿਜ਼ਕ ਦੇਈ ਕਿ ਕਿਸੇ ਬੰਦੇ ਨੂੰ ਬਾਹਰ ਆਉਣਾ ਹੀ ਨਾ ਪਵੇ। ਪਰ ਜੇ ਆਉਣਾ ਪੈਂਦਾ, ਮਜਬੂਰੀਆਂ ਨੇ, ਜਾਂ ਇਹੋ ਕਹੀਏ ਕਿ ਜਿਵੇਂ ਅਸੀਂ ਕਹਿੰਦੇ ਹੁੰਦੇ ਕਿ ਮਜਬੂਰੀ ਮਜ਼ਦੂਰੀ ਕਰਾਉਂਦੀ ਆ, ਬੰਦਾ ਨਹੀਂ ਕਰਦਾ। ਬਿਲਕੁਲ, ਮਜਬੂਰੀ ਕਰਾਉਂਦੀ ਹੈ। ਰੱਬਾ ਸੁੱਖ ਦਵੀ ਵਿੱਚ ਦੇਸ਼ਾਂ ਦੇ, ਮਤਲਬ ਕਿ ਜਿਹੜਾ ਆਪਣਾ ਦੇਸ਼ ਹੈ, ਚਾਹੇ ਕਿਸੇ ਦਾ ਕੋਈ ਇਹ ਨਹੀਂ, ਇੰਡੀਆ ਪਾਕਿਸਤਾਨ ਕੋਈ ਵੀ, ਸਾਰਿਆਂ 'ਚ ਬੜੇ ਡਾਢੇ ਦਰਦ ਪ੍ਰਦੇਸਾਂ ਦੇ। ਰੱਬਾ ਤੇਰੀਆਂ ਬੇਪਰਵਾਹੀਆਂ ਜਾਂ ਮਾੜੀ ਕਿਸਮਤ ਆਖਾਂ, ਮਾਪੇ ਮਰ ਜਾਂਦੇ ਨੇ ਜਦ ਘਰ ਆਉਣ ਪੁੱਤਾਂ ਦੀਆਂ ਲਾਸ਼ਾਂ। ਬਹੁਤ ਦਰਦਨਾਕ ਗੱਲ ਹੈ। ਹਾਂਜੀ, ਮਤਲਬ ਕਿ ਉਹ ਮੰਜ਼ਰ ਜਿਹੜਾ ਜੀ, ਉਹ ਜਿਹੜਾ ਬੜਾ ਦੁਖਦਾਇਕ ਹੁੰਦਾ। ਬਿਲਕੁਲ ਜਦੋਂ ਮਾਪਿਆਂ ਦੇ ਮੋਢਿਆਂ ਤੇ ਬੱਚੇ ਦੀ ਲਾਸ਼ ਜਿਹੜੀ ਆ ਉਹ ਚੁੱਕ ਕੇ ਸ਼ਮਸ਼ਾਨ ਘਾਟ ਨੂੰ ਜਾਂਦੀ ਹੈ, ਉਹ ਬਹੁਤ ਔਖਾ ਕੰਮ। ਦੇਖੋ ਜੀ, ਜਿੰਨਾ ਅਸੀਂ ਕਹਿੰਦੇ ਕਿ ਅੱਖਾਂ ਨਾਲ, ਜਿੰਨਾ ਚਾਵਾਂ ਨਾਲ ਜਿਸ ਜਹਾਜ਼ 'ਚ ਚੜਾਇਆ ਹੁੰਦਾ, ਉਸੇ ਜਹਾਜ਼ 'ਚ ਲਾਉਣਾ ਬੜੀ ਦੂਰ ਦੀ ਗੱਲ ਹੈ। ਉਹ ਆਂਦੇ ਨਾ ਵੀ ਉਹਦੇ ਜੇ ਮਾਂ ਪਿਓ ਦੇ ਬਾਰੇ ਮੈਂ ਐਜ ਏ ਰਾਈਟਰ ਆਪਣੇ ਆਪ ਨੂੰ ਸੋਚਿਆ, ਤੇ ਮੈਂ ਰੱਬ ਨੂੰ ਅੱਗੇ ਇਹੋ ਹੀ ਕਹਿਣਾ ਕਿ ਕਿਵੇਂ ਦੂਰ ਰਿਹਾ ਇੰਨੇ ਸਾਲ ਹੋ। ਕਿਉਂਕਿ ਉਹਦੇ ਦੌਰਾਨ ਉਹ ਘਰ ਤੇ ਜਾਂਦੇ ਨਹੀਂ ਵਿਚਾਰੇ, ਇੰਨਾ ਕੁਛ ਨਹੀਂ ਹੁੰਦਾ। ਤੇ ਕੋਈ ਵੀ ਹੋਵੇ, ਚਾਹੇ ਜਾਣ ਵਾਲੇ ਵੀ ਹੋਣ, ਉਹ ਕਹਿੰਦੇ ਕਿਵੇਂ ਦੂਰ ਰਿਹਾ ਇੰਨੇ ਸਾਲ ਹੋਊ, ਕਿਸ ਹਾਲ 'ਚ ਮੇਰਾ ਲਾਲ ਹੋਊ। ਇਹਨਾਂ ਡਾਲਰਾਂ ਪੌਂਡਾਂ ਯੂਰੋਆਂ ਨੇ ਇਹਨਾਂ ਡਾਲਰਾਂ ਪੌਂਡਾਂ ਯੂਰਾਂ ਤੇ ਕਿੰਨੀਆਂ ਸੀ ਸਾਨੂੰ ਆਸਾਂ। ਮਾਪੇ ਮਰ ਜਾਂਦੇ ਨੇ ਜਦ ਘਰ ਆਉਣ ਪੁੱਤਾਂ ਦੀਆਂ ਲਾਸ਼ਾਂ। ਬਹੁਤ ਔਖਾ ਕੰਮ। ਹੁਣ ਵੇਖੋ, ਉਹ ਮਾਂ ਪਿਓ ਕੀ ਆਂਦਾ ਜੀ, ਮੌਲਾ ਤੇਰਾ ਵੀ ਕੋਈ ਪੁੱਤ ਹੋਵੇ। ਉਲਾਂਭਾ ਦਿੰਦਾ। ਫਿਰ ਉਹ ਕਹਿੰਦਾ ਮੌਲਾ ਤੇਰਾ ਵੀ ਕੋਈ ਪੁੱਤ ਹੋਵੇ, ਤੂੰ ਬੋਲੇ ਤੇ ਉਹ ਚੁੱਪ ਹੋਵੇ। ਕਹਿੰਦਾ ਮੌਲਾ ਤੇਰਾ ਵੀ ਕੋਈ ਪੁੱਤ ਹੋਵੇ, ਤੂੰ ਬੋਲੇ ਤੇ ਉਹ ਚੁੱਪ ਹੋਵੇ। ਸਿਹਰਿਆਂ ਦੀ ਥਾਂ ਸੱਥਰ ਵਿਛਾ ਕੇ ਰੋਵੇਂ ਮਾਰ ਖੁਆਸ਼ਾਂ। ਮਾਪੇ ਮਰ ਜਾਂਦੇ ਨੇ ਜਦ ਘਰ ਆਉਣ ਪੁੱਤਾਂ ਦੀਆਂ ਲਾਸ਼ਾਂ। ਕਹਿੰਦਾ ਤੂੰ ਵੀ ਜੰਮ ਪਾਲ ਕੇ ਤੋਰਿਆ ਹੋਏ, ਜਿਹੜੀ ਮੈਂ ਪਹਿਲਾਂ ਤੁਹਾਨੂੰ ਗੱਲ ਦੱਸੀ, ਤੂੰ ਵੀ ਜੰਮ ਪਾਲ ਕੇ ਤੋਰਿਆ ਹੋਵੇ, ਤੇਰਾ ਦਿਲ ਵੀ ਸ਼ਮ ਸ਼ਮ ਰੋ ਰਿਹਾ ਹੋਵੇ। ਬਲ ਜਿੰਨੇ ਮੂੰਹ ਉਨੀਆਂ ਗੱਲਾਂ, ਕਿਉਂਕਿ ਜਿਵੇਂ ਹੁਣ ਅਸੀਂ ਗੱਲ ਕੀਤੀ, ਉਹਨਾਂ ਨੂੰ ਆਹ ਕਰਨਾ ਚਾਹੀਦਾ, ਜੇ ਕਰਨਾ ਚਾਹੀਦਾ। ਬਲ ਜਿੰਨੇ ਮੂੰਹ ਉਨੀਆਂ ਗੱਲਾਂ, ਲੋਕੀ ਕਰਦੇ ਪਾੜ ਵਿਰਾਸ਼ਾਂ। ਕੋਈ ਕਹਿੰਦਾ ਜੀ ਉਹ ਆਹ ਕਰਦੇ ਹੋਣਗੇ, ਕੋਈ ਕਹਿੰਦਾ ਜੇ ਕਰਦੇ ਹੋਣਗੇ, ਲੇਕਿਨ ਉਹਨਾਂ ਮਾਪਿਆਂ ਨੂੰ ਇਹੋ ਹੀ, ਉਹਨਾਂ ਮਾਪਿਆਂ ਦਾ ਇਹੋ ਹੀ ਗੱਲਾਂ ਹੁੰਦਾ ਕਿ ਮੌਲਾ ਤੇਰਾ ਵੀ ਕੋਈ ਪੁੱਤ ਹੋਵੇ, ਤੂੰ ਬੋਲੇ ਤੇ ਉਹ ਚੁੱਪ ਹੋਵੇ। ਸਿਹਰਿਆਂ ਦੀ ਥਾਂ ਸੱਥਰ ਵਿਛਾ ਕੇ ਰੋਵੇ ਮਾਰ ਖੁਆਸ਼ਾਂ। ਤੇ ਉਹ ਉਹਨਾਂ ਦੀ ਗੱਲ ਹੁੰਦੀ, ਉਹ ਕਹਿੰਦਾ ਬਲ ਜਿੰਨੇ ਮੂੰਹ ਉਨੀਆਂ ਗੱਲਾਂ, ਤੇ ਲੋਕੀ ਕਰਦੇ ਪਾੜ ਵਿਰਾਸ਼ਾਂ। ਕਿਉਂਕਿ ਹਰ ਬੰਦਾ ਹਰ ਤਰ੍ਹਾਂ ਦੀ ਗੱਲ ਕਰਦਾ ਜੀ। ਮਾਪੇ ਮਰ ਜਾਂਦੇ ਨੇ ਘਰ ਜਾਂਦਾ ਹੁਣ ਪੁੱਤਾਂ ਦੀਆਂ ਲਾਸ਼ਾਂ। ਬਹੁਤ ਦਰਦਨਾਕ ਸੀਨ ਤੁਸੀਂ ਜਿਹੜਾ ਉਹ ਚਿੱਤਰਿਆ ਇਸ ਆਪਦੇ ਜਿਹੜੀ ਕਵਿਤਾ ਦੇ ਵਿੱਚ। ਕਈ ਵਾਰੀ ਬਲ ਸਾਹਿਬ ਇੱਦਾਂ ਲੱਗਦਾ ਹੁੰਦਾ ਕਿ ਅਸੀਂ ਜਿਹੜੀ ਕੁਦਰਤ ਦੇ ਬਣਾਏ ਨਿਯਮ ਆ, ਉਹ ਤੋੜਦੇ ਹਾਂ। ਬਿਲਕੁਲ ਜੀ। ਸਟਾਪ ਸਾਈਨ ਤੇ ਤੁਸੀਂ ਗੱਡੀ ਨਾ ਰੋਕੋ ਤੇ ਤੁਹਾਨੂੰ ਖਤਰਾ ਹੀ ਆ, 100% ਖਤਰਾ।
ਕਿ ਕੋਈ ਨਾ ਕੋਈ ਪੁਲਿਸ ਵਾਲਾ ਜਿਹੜਾ ਤੁਹਾਡੇ ਤੇ ਨਜ਼ਰ ਰੱਖ ਰਿਹਾ, ਉਹਨੇ ਝੱਟ ਲਾਈਟਾਂ ਜਗਾ ਦੇਣੀਆਂ, ਤੁਹਾਨੂੰ ਕਹਿਣਾ ਯਾਰ ਲਾਈਟ ਟਿਕਟ। ਉਦੋਂ ਅਸੀਂ ਡਰਦੇ ਹਾਂ। ਜਦੋਂ ਅਸੀਂ ਕੁਦਰਤ ਦੇ ਬਣਾਏ ਹੋਏ ਨਿਯਮਾਂ ਦੀ ਉਲੰਘਣਾ ਕਰਦੇ ਉਹਨੂੰ ਸਾਡਾ ਡਰ ਚੱਕਿਆ ਜਾਂਦਾ। ਨਹੀਂ ਉਹੀ ਗੱਲ ਨਾ ਵੀ ਰੱਬ ਨੇੜੇ ਕੇ ਕਸੋਨ, ਉਹ ਕਸੋਨੇ ਆ ਉਹ ਜਿਹੜਾ ਮੌਕੇ ਤੇ ਵੱਜ ਜਾਣਾ। ਰੱਬ ਨੂੰ ਅਸੀਂ ਕਦੀ ਨੇੜੇ ਨਹੀਂ ਗਿਣਦੇ। ਜਿਹੜਾ ਬੰਦਾ ਰੱਬ ਨੂੰ ਨੇੜੇ ਗਿਣਦਾ ਨਾ ਉਹ ਤੇ ਇਹੋ ਜਿਹੀਆਂ ਗੱਲਾਂ ਕਰਦਾ ਹੀ ਨਹੀਂ। ਜਿਹੜਾ ਰੱਬ ਨੂੰ ਨੇੜੇ ਗਿਣਦਾ ਨਾ ਉਹ ਤੇ ਇਹ ਹੁਣ ਸਾਡੇ ਲੀਡਰ ਵੇਖ ਲਓ, ਕੁਰਸੀ ਤੋਂ ਪਹਿਲਾਂ ਰੱਬ ਚੇਤੇ ਹੁੰਦਾ। ਜਿੰਨੇ ਗੁਰਦੁਆਰੇ ਜਿੰਨੇ ਮੰਦਿਰ ਤਿਲਕ ਲਵਾਉਣਗੇ, ਪ੍ਰਸ਼ਾਦ ਲੈ ਕੇ ਆਉਣਗੇ, ਮਸਜਿਦ 'ਚ ਜਾਣਾ ਪਿਆ ਮਸਜਿਦ 'ਚ ਜਾ ਕੇ ਆਉਣਗੇ, ਸਾਰਾ ਕੁਝ ਕਰਨਗੇ। ਚਾਦਰਾਂ ਚੜਾਉਂਦੇ ਦੇਖੇ ਮੈਂ ਖੁਦ, ਬੜੇ ਬੜੇ ਕੱਟੜ ਕਾਲੀਏ ਚਾਦਰਾਂ ਚੜਾਉਣਗੇ ਜਾ ਕੇ ਬਾਬਿਆਂ ਦੀ ਜਗ੍ਹਾ ਉੱਤੇ। ਲੇਕਿਨ ਜਿੱਦਣ ਲੀਡਰ ਬਣ ਜਾਂਦੇ ਨੇ ਉਦੋਂ ਸਾਰਾ ਕੁਝ ਭੁੱਲ ਜਾਂਦਾ। ਕਿਉਂਕਿ ਜਿੱਦਣ ਤੁਹਾਨੂੰ ਰੱਬ ਭੁੱਲਦਾ ਨਾ, ਜਿਵੇਂ ਹੁਣ ਹੋ ਗਿਆ ਜੀ ਕਰੋਨਾ ਦੀ ਮਾਰ ਪਈ, ਕਰੋਨਾ ਦੀ ਉਹ ਰੱਬ ਨੇ ਇੱਕ ਬੰਦਸ਼ ਜੀ ਪਾ ਕੇ ਤੁਹਾਨੂੰ ਦੱਸੀ ਆ ਵੀ ਮੌਸਮ ਸਾਫ਼ ਹੋ ਸਕਦਾ, ਇੰਡੀਆ ਦਾ ਵੀ ਜਿਹੜਾ এনवायरमेंट ਸਾਫ਼ ਹੋ ਸਕਦਾ, ਪ੍ਰਦੂਸ਼ਣ ਘਟ ਸਕਦਾ, ਪਾਣੀ ਸਾਫ਼ ਹੋ ਸਕਦਾ, ਸਭ ਕੁਝ। ਉਹ ਕਹਿੰਦਾ ਮੈਂ ਜੇ ਚਾਹਾਂ। ਉਹ ਚਾਹੁੰਦਾ ਕਦੋਂ? ਜਦੋਂ ਅਸੀਂ ਅੱਤ ਕਰਦੇ ਨੇ। ਕਹਿੰਦੇ ਅੱਤ ਖੁਦਾ ਦਾ ਵੈਰ। ਅੱਤ ਖੁਦਾ ਦਾ ਵੈਰ। ਕਿਉਂਕਿ ਰੱਬ ਦਾ ਉਹਨਾਂ ਚਿਰ ਰੱਬ ਕਿਸੇ ਨੂੰ ਮਾਰਦਾ ਨਹੀਂ, ਰੱਬ ਡਾਂਗੀ ਨਾ ਮਾਰਦਾ ਮੱਤ ਕਵਲੀ ਦੇ। ਮੱਤ ਕਵਲੀ ਕੀ ਸਪੀਡ ਕਰਤੀ, ਸਟਾਪ ਸਾਈਨ ਲੰਘ ਕੇ ਅੱਗੋਂ ਗੱਡੀ ਆਈ, ਗੱਡੀ 'ਚ ਵੱਜੀ, ਆਓ ਗਏ। ਤੁਸੀਂ ਮੈਨੂੰ ਲੱਗਦਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਜਿਹੜੀਆਂ ਗੁੱਝੀਆਂ ਚੋਟਾਂ ਮਾਰਨ ਦੀ ਕੋਸ਼ਿਸ਼ ਕਰਦੇ ਪਏ। ਨਹੀਂ ਗੁੱਝੀਆਂ ਚੋਟਾਂ ਕਾਹਦੀਆਂ ਮਾਰਨੀਆਂ ਜੀ? ਪੰਜਾਬ ਦੀ ਰਾਜਨੀਤੀ ਵੈਸੇ ਮਰਨ ਜਾ ਰਹੀ ਆ। ਕਾਂਗਰਸੀ ਆਪਸ 'ਚ ਲੜੀ ਜਾਂਦੇ ਆ, ਉਹ ਆਮ ਆਦਮੀ ਪਾਰਟੀ ਵਾਲੇ ਉਹ ਕਹਿੰਦੇ ਮੁਖ ਦਾ ਝੰਡਾ ਖੜੇ ਕਰੀ ਜਾਂਦੇ ਵੀ ਭਾਈ ਇੱਧਰੋਂ ਆ ਹੋ ਜੂ ਜੇ ਹੋ ਜੂ, ਤੇ ਅਕਾਲੀ ਜਿਹੜੇ ਉਹ ਕਿਉਂ ਆਂਦੇ ਕੋਈ ਹਾਥੀ ਦੀ ਪੂਛ ਫੜੀ ਜਾਂਦੇ, ਹੁਣ ਪਤਾ ਨਹੀਂ ਲੱਗਦਾ ਕੀ ਗੁੱਝੀਆਂ ਚੋਟਾਂ ਹੀ ਹੋਈਆਂ ਨਾ, ਹਾਥੀ ਦੀ ਪੂਛ ਫੜੀ। ਉਹ ਵਿਚਾਰੇ ਸਮਝੌਤੇ ਕਰਦੇ ਫਿਰਦੇ ਆ ਵੀ ਅਸੀਂ ਰਲ ਮਿਲ ਕੇ ਜਿਹੜੀ ਐਤਕੀ ਸਰਕਾਰ ਬਣਾ ਲੈਣੀ ਆ। ਬਣੀ ਪਈ ਹੈ, ਉਹਨਾਂ ਦੇ ਮੁੱਖ ਮੰਤਰੀ ਤੱਕ ਅਨਾਉਂਸ ਕਰਦੇ ਫਲਾਣਾ ਮੁੱਖ ਮੰਤਰੀ ਬਣਾਉਣਾ, ਟਮਕਾਨਾ ਬਣਾਉਣਾ। ਹਾਂ ਨਹੀਂ ਵੇਖੋ ਉਹਨਾਂ ਕਿਹਾ ਜੀ ਇੱਕ ਮੁੱਖ ਮੰਤਰੀ ਤੇ 2 ਗਾਂ ਉਪ ਮੁੱਖ ਮੰਤਰੀ, ਇੱਕ ਹਿੰਦੂ ਸਮਾਜ ਵੱਲੋਂ ਹੋਊਗਾ, ਹਿੰਦੂ ਧਰਮ ਵੱਲੋਂ ਹੋਊਗਾ। ਉਹਨਾਂ ਨੂੰ ਪਹਿਲਾਂ ਇਹ ਬੰਦਾ ਪੁੱਛੇ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਜੇ, ਤੁਸੀਂ ਇਹ ਕਹੋ ਕਿ ਮਿਕਸ ਅਕਾਲੀ ਦਲ। ਲੋਕਾਂ ਨੂੰ ਕਿਉਂ ਗਲਤ ਟੀਕੇ ਲਾਉਂਦੇ ਜੇ? ਹਾਂ ਮੈਂ ਹਰ ਧਰਮ ਦੀ ਕਦਰ ਕਰਦਾ। ਇੱਕ ਬਹੁਜਨ ਸਮਾਜ ਪਾਰਟੀ ਦਾ ਹੋਊਗਾ, ਐਮਐਲਏ ਦਲਿਤ ਪਰਿਵਾਰਾਂ ਵੱਲੋਂ। ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਇਹ ਆ ਵੀ ਤੁਸੀਂ ਕਹਿੰਦੇ ਜੀ ਮੁੱਖ ਮੰਤਰੀ ਉਹਨਾਂ ਦਾ ਹੋਊਗਾ, ਕੰਮ ਖਤਮ। ਨਹੀਂ ਬਾਲ ਸਾਹਿਬ ਇੱਕ ਗੱਲ ਤਾਂ ਜ਼ਰੂਰ ਜਿਹੜੀ ਮੇਰੇ ਲਈ ਸਵਾਲ ਹੈ ਇੱਕ ਬਹੁਤ ਵੱਡਾ ਤੁਹਾਡੇ ਨੂੰ, ਕਿ ਕੀ ਮੁੱਖ ਮੰਤਰੀ ਦੀ ਕੁਆਲੀਫਿਕੇਸ਼ਨ ਧਰਮ ਹੈ? ਹੁਣ ਇਹ ਤੇ ਜਾਂ ਸੁਖਬੀਰ ਸਿੰਘ ਬਾਦਲ ਨੂੰ ਪਤਾ ਹੋਊਗਾ ਤੇ ਤੁਹਾਡੇ ਨੇੜੇ ਤੇ ਜਾਂ ਕਦੀ ਹੁੰਦੀ ਨਹੀਂ ਗੱਲਬਾਤ ਉਹਦੇ ਨਾਲ? ਨਹੀਂ ਮਹਾਰਾਜ ਉਹ ਬਹੁਤ ਉੱਚੀਆਂ ਗੱਲਾਂ ਨੇ। ਅੱਛਾ ਅੱਛਾ। ਉਹ ਕਹਿੰਦੇ ਨਾ ਕਿ ਕਿਸੇ ਨੇ ਮੇਰੇ ਕਹਿੰਦਾ ਯਾਰ ਜਿਰਾਫ ਦੇ ਮੂੰਹ 'ਚ ਪੱਤੇ ਕੱਢਣੇ ਆ। ਕਹਿੰਦਾ ਪੌੜੀ ਹੈ ਨਹੀਂ ਭਾਈ। ਹੁਣ ਜਿੱਥੇ ਸੁਖਬੀਰ ਸਿੰਘ ਬਾਦਲ ਬੈਠਾ ਉਹ ਪੌੜੀ ਸਾਡੇ ਕੋਲ ਨਹੀਂ। ਇਹਨਾਂ ਦਿਨਾਂ ਦੇ ਵਿੱਚ ਜਦੋਂ ਹੁਣ ਇਲੈਕਸ਼ਨ ਦੇ ਜਿਹੜੀ ਕਨਸੋਆਂ ਆਉਣ ਲੱਗ ਪਈਆਂ ਕਿ ਕਨਸੋਆਂ ਕੀ ਦਿਨ ਥੋੜੇ ਰਹਿ ਗਏ, ਦਿਨ ਹੀ ਕਹੇ ਜਾ ਸਕਦੇ, 4-6 ਮਹੀਨੇ ਕੀ ਹੁੰਦੇ ਕੁਛ ਵੀ ਨਹੀਂ। ਠੀਕ ਹੈ ਜੀ। ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਵਾ ਉਹ ਭੰਨ ਘੜ ਦੇ ਵਿੱਚ ਲੱਗੀਆਂ ਹੋਈਆਂ। ਇੱਧਰੋਂ ਬੰਦੇ ਟੁੱਟ ਕੇ ਉੱਧਰ ਚਲੇ ਗਏ, ਉੱਧਰ ਟੁੱਟ ਕੇ ਉੱਧਰ ਚਲੇ ਗਏ। ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜਾ ਚੰਗੇ ਤੋਂ ਚੰਗਾ ਸਿੰਗਰ ਹੈ, ਚੰਗੇ ਤੋਂ ਚੰਗਾ ਪੁਰਾਣਾ IAS ਅਫਸਰ ਆ, IPS ਅਫਸਰ ਆ, ਚੰਗੇ ਤੋਂ ਸਹਿਮਤ ਮਤਲਬ ਨੋਨ ਲੋਕਾਂ ਦੇ ਵਿੱਚ ਨਾਂ ਜਿਹਦਾ ਗਿਆ ਹੋਵੇ। ਹੁਣ ਜਿੱਦਾਂ ਕਮਰ ਵਿਜੇ ਪ੍ਰਤਾਪ ਦਾ ਨਾਂ ਲੋਕਾਂ ਦੇ ਵਿੱਚ ਸੀਗਾ, ਜਿਹੜਾ ਦਿਖਦਾ ਉਹੀ ਵਿਕਦਾ। ਹਾਂ ਜਿਹੜਾ ਜੋ ਦਿਖਦਾ ਉਹੀ ਵਿਕਦਾ। ਗਗਨ ਅਨਮੋਲ ਕੁੜੀ ਜਿਹੜੀ ਉਹ ਗਾਉਂਦੀ ਸੀ ਉਹ ਤਾਂ ਚਲੇ ਗਈ। ਠੀਕ ਹੈ ਜੀ। ਅਜੇ ਹੋਰਾਂ ਦਾ ਪਤਾ ਨਹੀਂ ਕਿੰਨਿਆਂ ਕੁ ਜਾਣਾ। ਇਹ ਜਿਹੜੀ ਕਾਂਗਰਸ ਦੇ ਵਿੱਚ ਵੀ ਇਸ ਤਰੀਕੇ ਦੀ ਗੱਲ ਬਣੀ ਪਈ ਹੈ, ਉਹ ਹੁਣ ਰੱਬ ਭੁੱਲੇ ਵਾਲੀ ਗੱਲ ਹੀ ਆ। ਕੁਰਸੀ ਜਿਹੜੀ ਦਿਸਦੀ ਪਈ ਵੀ ਕੁਰਸੀ ਦੇ ਪਾਵੇ ਨੂੰ ਹੱਥ ਪੈ ਜਾਵੇ ਇੱਕ ਵਾਰੀ ਸਹੀ। ਪਤਾ ਕੀ ਜੀ ਵੇਖੋ 2 ਬੰਦੇ ਨੇ ਇਸ ਟਾਈਮ ਜਿਨ੍ਹਾਂ ਨੂੰ ਇਹ ਪਤਾ ਨਹੀਂ ਵੀ ਸਾਡਾ ਮਤਲਬ ਖੈਰ ਤੇ ਕਿਸੇ ਬੰਦੇ ਨੂੰ ਨਹੀਂ ਪਤਾ, ਲੇਕਿਨ ਸਭ ਤੋਂ ਜਿਹੜੇ ਬਜ਼ੁਰਗ 2 ਹੀ, ਇੱਕ ਕੈਪਟਨ ਆ ਇੱਕ ਬਾਦਲ ਸਾਹਿਬ ਨੇ। ਨਹੀਂ ਉਹਨਾਂ ਦੀ ਉਮਰ ਦਾ ਵੀ ਚੋਖਾ ਫਰਕ ਆਪਸ ਵਿੱਚ ਨਹੀਂ। ਉਹ ਚਲੋ 10-12 ਕੈਪਟਨ ਸਾਹਿਬ ਦੀ ਉਮਰ ਘੱਟ, ਮਤਲਬ ਬਜ਼ੁਰਗੀ ਵਾਲੀ ਹਾਲਤ ਪਹੁੰਚੇ ਹੋਏ। ਕੈਪਟਨ ਸਾਹਿਬ ਦੀ ਵੀ ਉਮਰ ਘੱਟ ਨਹੀਂ, ਤੇ ਜਿਹੜੇ ਹਿਸਾਬ ਦੀ ਕੈਪਟਨ ਸਾਹਿਬ ਦੀ ਖੁਰਾਕ ਹੈ ਨਾ ਉਸ ਹਿਸਾਬ ਨਾਲ ਪਤਾ ਕੋਈ ਵੀ ਨਹੀਂ ਖਾਂਦਾ। ਨਹੀਂ ਉਹ ਕਿਹੜਾ ਚੀਕੂ ਖਾਂਦੇ? ਨਹੀਂ ਸਭ ਕੁਝ ਖਾਂਦੇ ਜੀ, ਛੱਡਦੇ ਕੁਛ ਨਹੀਂ। ਉਹ ਸੀਤਾਫਲ ਚੀਕੂ ਸਭ ਕੁਝ ਖਾਈ ਜਾਂਦੇ। ਉਹ ਗੱਲ ਲੰਮੀ ਹੋ ਜਾਣੀ ਹੈ। ਕਿਤੇ ਮੀਰ ਜ਼ਿਆਦਾ ਸੀ ਤੇ ਉਹਦੀ ਵਹੁਟੀ ਨੇ ਗੱਲ ਸੁਣ ਲਈ ਵੀ ਕੈਪਟਨ ਸਾਹਿਬ ਨੇ ਇਸ ਤਰ੍ਹਾਂ ਕਰਕੇ ਚੀਕੂ ਤੇ ਸੀਤਾਫਲ ਪਾਕਿਸਤਾਨ ਭੇਜਣੇ ਆ। ਹਾਂਜੀ। ਤੇ ਉਹ ਕਿਤੇ ਕਹਿੰਦੀ ਵੀ ਮੀਰ ਜ਼ਿਆਦਾ ਤੂੰ ਵੀ ਇੰਨੇ ਘਰਾਂ 'ਚ ਹੋ ਗਿਆ ਨਾ, ਤੇਰੀ ਵੀ ਇੰਨੀ ਚੱਲਦੀ, ਕਿਸੇ ਦਿਨ ਮੇਰੇ ਲਈ ਫੜ ਲਿਆ। ਕਹਿੰਦਾ ਫਿਰ ਪਹਿਲਾਂ ਲਾਹੌਰ ਜਾ। ਅੱਛਾ ਅੱਛਾ। ਫੇਰ ਖਿਲਾਉਂਗਾ। ਕਹਿੰਦਾ ਪਹਿਲਾਂ ਲਾਹੌਰ ਪਹੁੰਚ ਤੇ ਫੇਰ ਖਿਲਾਉਂਗਾ, ਫੇਰ ਮੈਂ ਭੇਜੂ ਪਾਰਸਲ ਇੱਧਰ। ਕਹਿੰਦਾ ਇੱਧਰ ਉੱਧਰ ਨਹੀਂ ਦੇਈਦੇ। ਹੁਣ ਲੋਕੀ ਉਸੇ ਹਿਸਾਬ ਨਾਲ ਫਿਰ ਚੁਟਕਲੇ ਬਣਾ ਲੈਂਦੇ ਆ, ਗੱਲਾਂ ਚੱਲ ਪੈਂਦੀਆਂ।
ਲੇਕਿਨ ਉਹੀ ਗੱਲ ਹੈ ਨਾ ਵੀ ਸਾਰਿਆਂ ਨੂੰ ਪਤਾ ਵੀ ਇੱਕ ਨਾ ਇੱਕ ਦਿਨ ਸਾਰਿਆਂ ਦਾ ਅੰਤ ਆ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ, ਅਸੀਂ ਰੱਬ ਨੂੰ ਯਾਦ ਰੱਖਾਂਗੇ ਨਾ ਤੇ ਆਪਾਂ ਪੰਜਾਬ ਨੂੰ ਵੀ ਸੁਧਾਰ ਸਕਦੇ ਹਾਂ, ਆਪਾਂ ਸਿਆਸਤ ਵੀ ਸੁਧਾਰ ਸਕਦੇ ਹਾਂ, ਸਭ ਕੁਝ। ਹਰ ਬੰਦੇ ਦਾ ਹੁਣ ਸਿੱਧੂ ਸਾਹਿਬ ਨੇ ਰੌਲਾ ਪਾਇਆ ਸੀਗਾ, ਜੇ ਕਰ ਦਾਂਗੇ ਉਹ ਕਰ ਦਾਂਗੇ, ਜੋ ਆਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਆ ਹੋ ਗਿਆ, ਜਿੱਦਣ ਦੀ ਪ੍ਰਧਾਨਗੀ ਵਾਲੀ ਗੱਲ ਹੋ ਗਈ ਸਾਰਾ ਕੁਝ ਹੀ। ਨਹੀਂ ਜੀ, ਮੈਂ ਗੱਲ ਤੁਹਾਡੀ ਤਾਂ ਤੁਹਾਨੂੰ ਸ਼ੁਰੂ ਕੀਤੀ ਤੁਹਾਡੇ ਨਾਲ ਕਿ ਜਦੋਂ ਤੁਸੀਂ ਕਿਹਾ ਕਿ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਰਾਜਨੀਤਿਕ ਲੋਕ ਜਿਹੜੇ ਆ ਉਹ ਗੁਰਦੁਆਰਾ ਮੰਦਿਰ ਕੋ ਛੱਡਦੇ ਨੇ, ਬਿਲਕੁਲ, ਚਾਦਰਾਂ ਵੀ ਚੜਾਉਂਦੇ ਆ, ਦੀਵੇ ਵੀ ਬਾਲਦੇ ਆ, ਕਬਰਾਂ ਤੇ ਵੀ ਜਾਂਦੇ ਆ, ਸਾਰਾ ਕੁਛ ਹੀ ਕਰਦੇ ਆ। ਉਸ ਤੋਂ ਬਾਅਦ ਉਹਨਾਂ ਨੂੰ ਮਤਲਬ ਸਿਰਫ ਕੁਰਸੀ ਦਿਸਦੀ, ਹੋਰ ਕੁਛ ਨਹੀਂ। ਹੁਣ ਪੰਜਾਬ ਦੀ ਹਾਲਤ ਦੇਖੀ ਜਾਵੇ ਤੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਇੱਕ ਤਾਂ ਬਿਜਲੀ ਵਾਲਾ ਮੁੱਦਾ ਜਿਹੜਾ ਸੀ ਉਹ ਚੱਕਿਆ ਰੱਖੀ, ਠੀਕ ਹੈ ਜੀ। ਉਹ ਹੁਣ ਪਤਾ ਨਹੀਂ ਕਿਉਂ ਬਿਜਲੀ ਜਿਹੜੀ ਉਹ ਆਉਣ ਲੱਗ ਪਈ, ਖਰੇ ਜ਼ਿਆਦਾ ਆਉਣ ਲੱਗ ਪਈ, ਉਹ ਮੁੱਦਾ ਬੁਝਾ ਦਿੱਤਾ, ਠੀਕ ਹੈ ਜੀ। ਦੂਜਾ ਜਿਹੜਾ ਮੁੱਦਾ ਸੀਗਾ ਜੀ, ਉਹ ਸੀਗਾ ਵੀ ਬੇਅਦਬੀ ਕਾਂਡ ਹੋਇਆ ਜੀ, ਉਹ ਤੇ ਸਰਕਾਰ ਨੇ ਕੀਤਾ ਕੁਛ ਨਹੀਂ, ਉਹ ਇੱਕ ਦੂਜੇ ਤੇ ਇਲਜ਼ਾਮ ਪਏ ਜੀ। ਉਸ ਤੋਂ ਬਾਅਦ ਫਿਰ ਜਿਹੜੇ ਆ ਗਿਆ ਜੀ ਕਿ ਮੁੱਖ ਮੰਤਰੀ ਜਾਂ ਫਲਾਨਾ ਹੋਊਗਾ, ਉਪ ਮੁੱਖ ਮੰਤਰੀ ਫਲਾਨਾ ਹੋਊਗਾ। ਹੁਣ ਜਿਹੜੀ ਕਾਂਗਰਸ ਪਾਰਟੀ ਦੇ ਅੰਦਰ ਜਿਹੜੀ ਚੱਲਦੀ ਪਈ ਸੀਗੀ ਗੱਲ, ਉਹਦੇ ਵਿੱਚ ਤਾਂ ਇਹੀ ਰਹਿ ਗਈ ਕਿ ਕੁਰਸੀ ਤੇ ਬਹਿਣਾ ਕਿਹਨੇ ਆ, ਬਾਕੀ ਗੱਲਾਂ ਛੱਡੋ, ਪੰਜਾਬ ਦੇ ਮੁੱਦੇ ਸਾਰੇ ਖਤਮ ਜੀ। ਉਹ ਵੇਖੋ ਜੀ, ਪੰਜਾਬ ਦੇ ਲੋਕਾਂ ਦੀ ਕੋਈ ਮੰਗ ਵੱਲ ਕੋਈ ਧਿਆਨ ਨਹੀਂ, ਕਿਸੇ ਦਾ ਕੋਈ ਧਿਆਨ ਨਹੀਂ ਇੱਧਰ ਨੂੰ ਕਿ ਪੰਜਾਬ ਦੇ ਲੋਕਾਂ ਦਾ ਬਣੂਗਾ ਕੀ। ਹਾਲਾਂਕਿ ਉਹਨਾਂ ਨੇ ਬਣਾਉਣਾ ਤਾਂ ਇੱਦਾਂ ਹੀ ਆ ਜਿੱਦਾਂ ਕੇਜਰੀਵਾਲ ਨੇ ਬਣਾਇਆ, ਉਹਨੇ 300 ਯੂਨਿਟ ਬਿਜਲੀ ਫ੍ਰੀ ਕਰਨ ਦੀ ਗੱਲ ਕੀਤੀ ਹੈ। ਕੱਲ੍ਹ ਨੂੰ ਹੋ ਸਕਦਾ ਜਦੋਂ ਅਗਲੀ ਵਾਰੀ ਕੇਜਰੀਵਾਲ ਸਾਹਿਬ ਪੰਜਾਬ 'ਚ ਆਉਣ ਤੇ ਕੋਈ ਹੋਰ ਚੀਜ਼ ਫ੍ਰੀ ਨਾਲ ਲੈ ਕੇ ਆਉਣ। ਸਾਰਾ ਇੱਕੋ ਜਿਹੇ। ਦੇਖੋ ਜੀ, ਸਭ ਤੋਂ ਵੱਡੀ ਘਾਟ ਸਾਡੇ ਪੰਜਾਬੀਆਂ 'ਚ ਆ, ਸਾਨੂੰ ਸਵਾਲ ਕਰਨਾ ਹੀ ਨਹੀਂ ਆਇਆ ਕਦੀ ਵੀ। ਉਹ ਮਸਕੀਨ ਸਾਹਿਬ ਇੱਕ ਗੱਲ ਕਰਦੇ ਹੁੰਦੇ, ਕਹਿੰਦੇ ਰੱਬ ਤੇ ਬਹੁਤ ਨੇੜੇ ਆ, ਪਰ ਸਾਨੂੰ ਰੱਬ ਨੂੰ ਦੱਸਣਾ ਹੀ ਨਹੀਂ ਆਉਂਦਾ ਕਿ ਮੈਂ ਤੇਰਾ ਭਗਤ ਆ। ਮੈਨੂੰ ਬੜੀ ਵਧੀਆ ਉਹਨਾਂ ਦੀ ਗੱਲ ਲੱਗਦੀ ਆ। ਉਹ ਕਹਿੰਦੇ ਕਿ ਆ ਜਿਹੜੇ ਸਿਆਸੀ ਲੋਕ ਹੁੰਦੇ ਨਾ, ਇਹ ਸਭ ਤੋਂ ਜ਼ਿਆਦਾ ਇਸ ਕਰਕੇ ਸ਼ਾਤਰ ਹੁੰਦੇ ਕਿ ਇਹਨਾਂ ਨੂੰ ਦੱਸਣਾ ਆਉਂਦਾ ਵਾ ਕਿ ਅਸੀਂ ਤੁਹਾਡੇ ਲੀਡਰ ਜੇ, ਕਿ ਤੁਸੀਂ ਸਾਡੀ ਪ੍ਰਜਾ ਜੇ। ਅਸੀਂ ਸਾਰੀ ਜ਼ਿੰਦਗੀ ਇਹੋ ਬਣ ਕੇ ਚੱਲਦੇ ਨੇ ਵੀ ਅਸੀਂ ਪ੍ਰਜਾ, ਸਾਨੂੰ ਇਹ ਨਹੀਂ ਪਤਾ ਵੀ ਅਸੀਂ ਵੀ ਲੀਡਰ ਆ, ਅਸੀਂ ਵੀ ਦੱਸਾਂ ਸਾਡੇ ਹੱਕ ਕੀ ਆ। ਉਹਨਾਂ ਨੂੰ ਪਤਾ ਵੀ ਉਹਨਾਂ ਦੇ ਹੱਕ ਕੀ ਆ, ਉਹਨਾਂ ਆਪਣਾ ਪਰਿਵਾਰ ਪਾਲਣਾ, ਉਹਨਾਂ ਨੇ ਇਹਨਾਂ ਤੋਂ ਕਰੋੜਪਤੀ ਹੋਣਾ, ਉਹਨਾਂ ਨੇ ਇਹਨਾਂ ਤੋਂ ਗੱਡੀਆਂ ਲੈਣੀਆਂ, ਉਹਨਾਂ ਨੇ ਇਹਨਾਂ ਤੋਂ 7 ਪੀੜ੍ਹੀਆਂ ਦਾ ਧਨ ਇਕੱਠਾ ਕਰ ਲੈਣਾ, ਉਹਨਾਂ ਨੂੰ ਪਤਾ। ਸਾਡੇ ਲੋਕਾਂ ਨੂੰ ਅਜੇ ਤੱਕ ਪਤਾ ਨਹੀਂ ਕਿ, ਲੇਕਿਨ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਜ਼ਿੰਦਗੀ ਦੇ ਵਿੱਚ ਜਿਹੜੀ ਥੋੜ੍ਹੀ ਆ, ਇਹਨੇ ਕਦੀ ਨਾ ਕਦੀ ਜਾ ਕੇ ਖਤਮ ਹੋ ਜਾਣਾ। ਹਿਸਾਬ ਆ, ਮੈਂ ਕਵਿਤਾ ਦਾ ਨਾਂ ਰੱਖਿਆ, ਤੇ ਸ਼ਾਇਦ ਸਾਰੇ ਲੀਡਰਾਂ ਤੇ, ਸ਼ਾਇਦ ਸਾਰੇ ਗਾਇਕਾਂ ਤੇ, ਜਿਹੜੇ ਅਸੀਂ ਅੱਜ ਕੱਲ੍ਹ ਉਹ 4 ਗਾਣੇ ਹਿੱਟ ਹੁੰਦੇ ਆ ਤਾਂ ਅਸੀਂ ਕਹਿ ਦਿੰਦੇ ਆ ਵੀ ਭਾਈ ਲੈ ਹਨੇਰੀ ਲਿਆ ਦਾਂਗੇ, ਜੇ ਕਰ ਦਾਂਗੇ, ਉਹ ਕਰ ਦਾਂਗੇ। ਇੱਕ ਵਿਚਾਰਾ ਐਂਕਰ ਵੀ ਇੱਕ ਲੱਗਾ ਸੀ ਇੱਕ ਦਿਨ, ਕੱਲ੍ਹ ਪਰਸੋਂ, ਕਹਿੰਦਾ ਸੀ ਕਿ ਮੈਂ ਇੱਕ ਗਾਇਕ ਦੀ ਪਤਨੀ ਕੋਲ ਕਹਿੰਦਾ ਸਾਰੀ ਪ੍ਰਾਪਰਟੀ ਇੱਕ ਦਿਨ 'ਚ ਹੀ ਖਰੀਦ ਸਕਦਾ, ਉਹ ਵੀ ਇੱਥੇ ਲੱਗਾ ਸੀ। ਮੈਂ ਕਿਹਾ ਯਾਰ ਜਾਣ ਦਿਓ ਗੁੱਸੇ ਨੂੰ, ਉਹ ਰੱਬ ਜਾਣਦਾ ਸਭ। ਤੇ ਇਹ ਕਿਸ ਗੱਲ ਤੋਂ ਹੁੱਬਿਆ ਫਿਰਦਾ ਏ, ਕਾਹਦਾ ਮਾਣ ਕਰੇ ਤੂੰ ਲੋਕਾਂ ਤੇ। ਕਿਹਨੂੰ ਕਹਿੰਦਾ ਹੈ? ਸਾਰਿਆਂ ਨੂੰ ਜੀ, ਚਾਹੇ ਉਹ ਬਾਦਲ ਸਾਹਿਬ ਆ, ਕੈਪਟਨ ਸਾਹਿਬ ਆ, ਗਾਇਕ ਨੇ, ਸਿਆਸਤਦਾਨਾਂ ਨੂੰ ਕਹਿੰਦਾ ਨਾ ਜੀ, ਚਾਰੇ ਗਾਇਕ ਨੇ, ਜੋ ਵੀ ਆ, ਜਿਹੜਾ ਹੁੱਬਿਆ ਬਹੁਤਾ ਫਿਰਦਾ, ਜਿਹੜਾ ਬੜਾ ਟੌਰ 'ਚ ਫਿਰਦਾ, ਜਿਹੜਾ ਕਹਿੰਦੇ ਜੀ ਮੇਰੇ ਪਿੱਛੇ ਇੰਨੀ ਦੁਨੀਆ। ਹੁਣ ਇਹਨਾਂ ਨੂੰ ਗਾਇਕਾਂ ਨੂੰ ਵੀ ਹੁੰਦਾ ਮੇਰੇ ਪਿੱਛੇ 5 ਮਿਲੀਅਨ ਫੈਨ ਆ, ਉਹ ਆਉਂਦਾ ਮੇਰੇ ਪਿੱਛੇ 10 ਮਿਲੀਅਨ ਫੈਨ ਆ, ਉਹ ਆਉਂਦਾ ਮੇਰੇ ਪਿੱਛੇ ਆਇਆ। ਕੁੱਲ ਮਿਲਾ ਕੇ ਜਿਹਨੂੰ ਰੱਬ ਭੁੱਲਿਆ, ਜਿਹਨੂੰ ਰੱਬ ਭੁੱਲ ਗਿਆ, ਜਿਹਨੂੰ ਰੱਬ ਕੀ, ਜਿਹਨੂੰ ਜੱਗ ਵੀ ਭੁੱਲਿਆ, ਉਹਨਾਂ ਨੂੰ ਫਿਰ ਜੱਗ ਵੀ ਭੁੱਲ ਜਾਂਦਾ, ਕਿਉਂਕਿ ਉਹ ਫਿਰ ਓਵਰਫਲੋ ਹੋ ਜਾਂਦੇ ਨਾ। ਕਿਸ ਗੱਲ ਤੋਂ ਹੁੱਬਿਆ ਫਿਰਦਾ ਏ, ਕਾਹਦਾ ਮਾਣ ਕਰੇ ਤੂੰ ਲੋਕਾਂ ਤੇ, ਇੱਕ ਕੁੱਜੇ ਵਿੱਚ ਸਮਾ ਜਾਣਾ, ਇਹ ਅਹੁਦਿਆਂ ਲੀਡਰੀ ਵੋਟਾਂ ਨੇ। ਕਿਆ ਬਾਤ ਹੈ। ਮੇਰੀਆਂ ਇੰਨੀਆਂ ਵੋਟਾਂ, ਮੈਂ ਇੰਨਾ ਜਿੱਤਿਆ, ਮੈਂ ਆਹ ਅਹੁਦੇ ਤੇ ਆ ਜੀ, ਮੈਂ ਆਹ ਆ, ਮੈਂ ਆਹ ਆ, ਮੈਂ ਆਹ, ਮੇਰਾ ਆਹ ਲੀਡਰ ਆ। ਇੱਕ ਕੁੱਜੇ ਵਿੱਚ ਸਮਾ ਜਾਣਾ, ਇਹਨਾਂ ਲੀਡਰੀ ਅਹੁਦਿਆਂ ਵੋਟਾਂ ਨੇ। ਇਹ ਪੁੱਤਰ ਮੋਹ ਤੇ ਘਰ ਪਰਿਵਾਰ, ਸਭ ਖੂਨ ਤੱਤੇ ਦੀਆਂ ਜੋਕਾਂ ਨੇ। ਜਿੱਦਣ ਠੰਡਾ ਹੋ ਗਿਆ ਨਾ, ਇਹਨਾਂ ਸਭ ਤੋਂ ਪਹਿਲਾਂ ਤੈਨੂੰ ਹੀ ਕਹਿਣਾ ਵੀ ਇਹਨੂੰ ਬੁੱਢੇ ਨੂੰ ਅੱਜ ਕੱਢ ਦੋ, ਕੋਈ ਗੱਲ ਨਹੀਂ, ਭਾਵੇਂ ਉਹ ਪ੍ਰਾਈਮ ਮਿਨਿਸਟਰ ਆ। ਪ੍ਰਤਾਪ ਸਿੰਘ ਕੈਰੋਂ ਜਦੋਂ ਪੂਰਾ ਹੋਇਆ, ਉਹਦੇ ਘਰਦਿਆਂ ਨੇ 2 ਸਾਲ ਘਰ ਨਹੀਂ ਰੱਖਿਆ, ਉਹਨਾਂ ਨੇ ਵੀ ਆਖਿਆ ਵੀ ਉਸੇ ਦਿਨ ਤੋਰ ਦਿਓ। ਬਿਲਕੁਲ। ਜਵਾਹਰ ਲਾਲ ਨਹਿਰੂ ਉਹ ਵੀ ਉਸੇ ਵੇਲੇ ਤੁਰਿਆ, ਇੰਦਰਾ ਗਾਂਧੀ ਉਹ ਵੀ ਉਸੇ ਵੇਲੇ ਤੁਰੀ। ਮਤਲਬ ਕਿ ਜਿੰਨਾ ਮੈਂ ਉਹਨਾਂ ਬੰਦੇ ਦੀ ਗੱਲ ਕਰਾਂ ਜਿਨ੍ਹਾਂ ਦਾ ਪਹਿਲੇ ਪੰਜਾਬ 'ਚ ਤੇ ਇੰਡੀਆ 'ਚ ਰਾਜ ਹੋਇਆ, ਉਹ ਬੰਦੇ। ਤੁਸੀਂ ਇਹ ਬਾਅਦ ਵਾਲੇ ਤੇ ਬਾਅਦ ਦੀਆਂ ਗੱਲਾਂ ਨੇ। ਹੁਣ ਕੱਲ੍ਹ ਨੂੰ ਬਾਦਲ ਸਾਹਿਬ ਪੂਰੇ ਹੋ ਗਏ ਕਿ ਪਰਿਵਾਰ ਆਪ ਛੱਡੋ 10 ਸਾਲ ਘਰ, ਨਹੀਂ ਬਾਬੇ ਨੇ ਸਾਡੇ ਲਈ ਬੜਾ ਕੰਮ ਕੀਤਾ ਜੀ, ਇਹਨੇ ਮਿਹਨਤ ਬੜੀ ਕੀਤੀ। ਔਰ 6ਵੀਂ ਵਾਰੀ ਮੁੱਖ ਮੰਤਰੀ ਬਣਨਾ ਹੀ ਤੁਸੀਂ ਪੂਰੇ ਹੋਣ ਦੀਆਂ ਹੁਣੇ ਗੱਲਾਂ ਕਰੀ ਜਾਂਦੇ। ਨਹੀਂ, ਮੈਂ ਤਾਂ ਨਹੀਂ ਪੂਰਾ ਹੋਣ ਵਾਲਾ ਜੀ, ਉਹ ਤਾਂ ਰੱਬ ਆ। ਅੱਛਾ। ਉਹ ਕਿਸੇ ਪਿੰਡ 'ਚ ਕੋਈ ਮਰਾਸੀ, ਫਿਰ ਤਾਂ ਕਹਿਣਾ ਵੀ ਬਾਰ-ਬਾਰ ਉਹਨਾਂ ਦੀ ਗੱਲ ਲੈ ਲੈਂਦਾ। ਮਰਾਸੀ ਸੀ ਵਿਚਾਰਾ, ਤੇ ਉਹ ਕਿਤੇ ਲੀਡਰ ਆ ਗਿਆ ਵੱਡਾ, ਤੇ ਉਹ ਕਹਿੰਦਾ ਜੀ ਮਤਲਬ ਅਰਦਾਸ ਆ ਤੁਹਾਡੇ ਅੱਗੇ, ਤੁਸੀਂ ਲੀਡਰ ਜੇ ਏਡੇ ਵੱਡੇ, ਮੜੀਆਂ ਬਹੁਤ ਛੋਟੀਆਂ ਨੇ, ਥੋੜ੍ਹੀਆਂ ਜਿਹੀਆਂ ਖੁੱਲੀਆਂ ਕਰ ਦਿਓ। ਤੇ ਉਹ ਲੀਡਰ ਕਹਿੰਦਾ ਲੈ, ਪਿੰਡ ਤੇ ਛੋਟਾ ਜਿਹਾ, ਐਡੀਆਂ ਵੱਡੀਆਂ ਮੜੀਆਂ ਤੁਸੀਂ ਕਰਨੀਆਂ? ਕਹਿੰਦਾ ਜਨਾਬ ਕੋਈ ਆ ਗਿਆ ਵੀ ਮਰ ਜਾਂਦਾ,
ਜ਼ਰੂਰੀ ਥੋੜਾ ਸਾਡੇ ਪਿੰਡ ਦੇ ਇੱਥੇ ਸਾਥ ਠੀਕ ਹੈ ਤੇ ਉਹ ਹਿਸਾਬ ਹੈ ਵੀ ਇੱਥੇ ਲਿਖੀ ਤੇ ਕੀ ਪਤਾ ਨਹੀਂ ਕਿਹਦੀ ਕਿੰਨੇ ਆ ਜਾਣੀ ਹੈ। ਬਾਦਲ ਸਾਹਿਬ ਸਾਰੇ ਕੀ ਤਾਂ ਪਹਿਲਾਂ ਹੀ ਨਹੀਂ ਤੁਰ ਜਾਣਾ। ਲੇਕਿਨ ਇਹ ਗੱਲ ਹੈ ਕਿ ਇਹ ਪੁੱਤਰ ਮੋਹ ਤੇ ਘਰ ਪਰਿਵਾਰ ਸਭ ਖੂਨ ਤੱਤੇ ਦੀਆਂ ਜੋਕਾਂ ਨੇ। ਜਿਹਦੇ ਤੇ ਤੁਹਾਡਾ ਖੂਨ ਚੱਲਦਾ ਉਹਨਾਂ 'ਚ ਹੀ ਨੇ। ਜਿੱਧਰ ਖੂਨ ਠੰਡਾ ਹੋ ਗਿਆ ਮੈਂ ਲੱਖਪਤੀ ਕਰੋੜਪਤੀ ਤੇ ਮੈਂ ਅਰਬਪਤੀ। ਕਿਸੇ ਕੰਮ ਨਹੀਂ ਆਉਣਾ ਨੋਟਾਂ ਨੇ। ਕੋਈ ਪੁੰਨ ਦਇਆ ਤੇ ਪਰਉਪਕਾਰ ਕਰ। ਜਾਂ ਕਿ ਝੂਠ ਬੇਈਮਾਨੀ ਤੇ ਬਸ ਖੋਟਾਂ ਨੇ। ਇੱਥੇ ਖਰੀਦ ਲਏਗਾ ਕਾਨੂੰਨ ਇਨਸਾਫ। ਜਿਵੇਂ ਹੁਣ ਸਿੱਟ ਖਰੀਦ ਲਈ, ਉਹਨੇ ਆਹ ਕਰ ਲਿਆ, ਉਹਨੇ ਆਹ ਕਰ ਲਿਆ। ਇੱਥੇ ਖਰੀਦ ਲਏਗਾ ਕਾਨੂੰਨ ਇਨਸਾਫ, ਪਰ ਉਹਦੇ ਘਰ ਨਾ ਵਿਕਦੀਆਂ ਛੋਟਾਂ ਨੇ। ਉੱਥੇ ਕੋਈ ਛੋਟ ਨਹੀਂ, ਕੋਈ ਛੋਟ ਨਹੀਂ ਵਿਕਦੀ, ਇੱਥੇ ਵਿਕ ਜਾਂਦੀਆਂ। ਬਲ ਸਿੱਧੇ ਸਾਦੇ ਮਿਹਨਤੀ ਬੰਦਿਆਂ ਨੂੰ ਉਸ ਸੱਚੇ ਰੱਬ ਦੀਆਂ ਓਟਾਂ ਨੇ। ਐਵੇਂ ਨਿੱਤ ਹਿਸਾਬ ਹੀ ਕਰੀ ਜਾਣਾ। ਇਹ ਸੁੱਖ ਸਹੂਲਤਾਂ ਦੀਆਂ ਫ੍ਰੀ ਚੋਟਾਂ ਨੇ। ਸਾਨੂੰ ਲੱਗਦਾ ਵੀ ਮੈਨੂੰ ਸੁੱਖ ਮਿਲੇ, ਮੈਨੂੰ ਸਹੂਲਤਾਂ ਮਿਲੀਆਂ, ਇਹ ਚੋਟਾਂ ਹੀ ਆ ਸਿਰਫ। ਵੀ ਭਾਈ ਤੂੰ ਹੁੱਬਿਆ ਫਿਰ ਜਿੰਨਾ ਮਰਜ਼ੀ। ਆਉਂਦਾ ਨਾ ਐਵੇਂ ਕਿਸ ਗੱਲ ਤੇ ਹੁੱਬਿਆ ਫਿਰਦਾ ਹੈ, ਕੱਲ ਮਾਨ ਕਰੇ ਤੂੰ। ਹੁੱਬੇ ਫਿਰਨ ਦੀ ਗੱਲ ਕਰਦੇ ਆ, ਸਿਆਸਤਦਾਨਾਂ ਦੀ ਵੀ ਗੱਲ ਜੋੜੀ ਹੈ। ਪ੍ਰਧਾਨ ਮੰਤਰੀ ਸਾਡੇ ਜਿਹੜੇ ਹੈ ਜੀ ਮੋਦੀ ਸਾਹਿਬ, ਉਹ ਬਾਹਲੇ ਹੁੱਬੇ ਫਿਰਦੇ ਆ। ਕਹਿੰਦੇ ਜੀ ਕਿਸਾਨਾਂ ਨੂੰ ਕਹੀ ਜਾਂਦੇ ਆ, ਕਦੀ ਕਹਿੰਦੇ ਜੀ ਮੈਂ ਇੱਕ ਫੋਨ ਕਾਲ ਤੇ ਹੈਗਾ, ਜਦੋਂ ਮਰਜ਼ੀ ਮੈਨੂੰ ਕਾਲ ਕਰ ਲਓ। ਕਦੀ ਕਹਿੰਦੇ ਜੀ ਕਾਨੂੰਨ ਤਾਂ ਬਣਾਏ ਤੁਹਾਡੇ ਵਾਸਤੇ, ਉਂਝ ਤੁਸੀਂ ਜਿਹੜੇ ਕਾਨੂੰਨ ਜਿਹੜੇ ਸੋਧਾਂ ਜਿੰਨੀਆਂ ਮਰਜ਼ੀ ਕਰਾ ਲਓ, ਬਦਲਣੇ ਅਸੀਂ ਹੈ ਨਹੀਂ। ਹੁਣ ਕਿਸਾਨਾਂ ਨੇ ਜਿਹੜਾ ਉਹ ਪੰਗਾ ਖੜਾ ਕਰਤਾ ਉਹਨਾਂ ਵਾਸਤੇ, ਉਹ ਸਾਰੇ ਪਾਰਲੀਮੈਂਟੇਰੀਅਨ ਨੂੰ ਨੋਟਿਸ ਦੇ ਦਿੱਤਾ, ਇੱਕ ਵਿਪ ਜਾਰੀ ਕਰਤਾ। ਵਿਪ ਅੱਗੇ ਕਰਦੀਆਂ ਹੁੰਦੀਆਂ ਸੀਗੀਆਂ ਪਾਰਟੀਆਂ, ਸਿਆਸੀ ਪਾਰਟੀਆਂ ਕਰਦੀਆਂ ਸੀ ਵਿਪ ਜਾਰੀ, ਹੁਕਮ ਜਾਰੀ ਕਰਦੀਆਂ ਹੁੰਦੀਆਂ ਸੀ ਕਿ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਰਹਿਣਾ ਪਊਗਾ, ਆਪਦੇ ਮੈਂਬਰਾਂ ਨੂੰ ਕਹਿੰਦੇ ਹੁੰਦੇ ਸੀ। ਠੀਕ ਹੈ ਜੀ। ਹੁਣ ਕਿਸਾਨਾਂ ਨੇ ਵਿਪ ਜਾਰੀ ਕਰਤਾ ਕਿ ਤੁਹਾਨੂੰ ਸਾਰੀਆਂ ਪਾਰਟੀਆਂ ਨੂੰ ਪਾਰਲੀਮੈਂਟ 'ਚ ਰਹਿਣਾ ਪਊਗਾ, ਰਹਿ ਉੱਥੇ ਬੈਠਣਾ ਪਊਗਾ, ਉੱਥੇ ਸਾਡੀ ਕਿਸਾਨਾਂ ਦੀ ਗੱਲ ਕਰਨੀ ਪਊਗੀ। ਇਹ ਨਹੀਂ ਕਿ ਮਾੜਾ ਮੋਟਾ ਰੌਲਾ ਰੱਪਾ ਪਾਇਆ ਤੇ ਜਿੰਦਾਬਾਦ ਮੁਰਦਾਬਾਦ ਕਰਕੇ ਬਾਹਰ ਆ ਗਏ, ਫਿਰ ਚਾਹ ਪਾਣੀ ਪੀਤਾ ਤੇ ਫਿਰ ਅੰਦਰ ਚਲੇ ਗਏ, ਫਿਰ ਬਾਹਰ ਆ ਗਏ। ਇਹ ਹੁਣ ਡਰਾਮੇਬਾਜ਼ੀ ਤੁਹਾਡੀ ਚੱਲਣੀ ਨੇ। ਇਹ ਨਹੀਂ ਵੀ ਮੇਰਾ ਮੋਢਾ ਉਤਰਿਆ ਤੇ ਮੈਨੂੰ ਨੀਂਦ ਆਉਂਦੀ ਹੈ ਤੇ ਮੈਨੂੰ ਤੇ ਮੈਨੂੰ ਜੇ ਸੌਂ ਜਾਓ। ਸਾਡੇ ਹੁਣ ਦੇਖੋ ਜਦੋਂ ਬਿਲਕੁਲ ਤੁਸੀਂ ਗੱਲ ਠੀਕ ਕੀਤੀ ਹੈ, ਮੋਢੇ ਉਤਰਨ ਵਾਲਿਆਂ ਨੂੰ ਵੀ ਕੱਲ ਨੋਟਿਸ ਦੇ ਦਿੱਤਾ ਗਿਆ। ਉਹਨਾਂ ਦੇ ਘਰ ਜਾ ਕੇ ਨੋਟਿਸ ਫੜਾਤਾ, ਆ ਫੜ ਭਾਈ ਮੋਢਾ ਹੁਣੇ ਛੱਟ ਕਰ ਲਾ ਆਪਦਾ, ਫੇਰ ਨਾ ਕਹੀਂ ਵੀ ਮੈਨੂੰ ਪਹਿਲਾਂ ਦੱਸਿਆ ਨਹੀਂ। ਦੂਜਾ ਤੁਸੀਂ ਜਾ ਕੇ ਗੱਲ ਕਰਦੇ ਸੁਣਦੇ ਪਾਰਲੀਮੈਂਟ 'ਚ ਜਾਂ ਵਿਧਾਨ ਸਭਾ ਸੁਣਦੇ ਜਾਂ ਮੋਬਾਈਲ ਤੇ ਮੂਵੀਆਂ ਹੀ ਦੇਖੀ ਜਾਂਦੇ, ਜਦੋਂ ਤੁਹਾਨੂੰ ਦੇਸ਼ ਦਾ ਫਿਕਰ ਹੀ ਨਹੀਂ। ਜਦੋਂ ਤੁਹਾਨੂੰ ਦੇਸ਼ ਦੇ ਕਿਸਾਨਾਂ ਦਾ ਫਿਕਰ ਨਹੀਂ, ਮੁਲਾਜ਼ਮਾਂ ਦਾ ਫਿਕਰ ਨਹੀਂ, ਨੌਜਵਾਨਾਂ ਦਾ ਫਿਕਰ ਨਹੀਂ, ਕੋਈ ਇੰਡਸਟਰੀ ਦਾ ਫਿਕਰ ਨਹੀਂ, ਕੋਈ ਡਿਵੈਲਪਮੈਂਟ ਦਾ ਫਿਕਰ ਨਹੀਂ, ਕੋਈ ਪੜ੍ਹਾਈ ਦਾ ਫਿਕਰ ਨਹੀਂ, ਲਿਖਾਈ ਦਾ ਫਿਕਰ ਨਹੀਂ, ਤਾਂ ਉੱਥੇ ਨੀਂਦ ਹੀ ਆਉਣੀ। ਬਿਲਕੁਲ ਟੈਨਸ਼ਨ ਹੀ ਸਿਰਫ ਉਹਨਾਂ ਨੂੰ ਪੈਨਸ਼ਨ ਦੀ ਆ। ਮੇਰੇ ਟੈਨਸ਼ਨ ਹੀ ਪੈਨਸ਼ਨ ਦੀ। ਪੂਰੇ 5 ਸਾਲ ਹੋਣ ਤੇ ਮੈਂ ਲਵਾਂ। ਮੈਂ ਫਿਰ ਤੁਸੀਂ ਕਹਿਣਾ ਕਿ ਗੱਲ ਸਾਡੇ ਉਹ ਮੀਰਜ਼ਾਦਾ ਕਹਿੰਦਾ ਕਿ ਇੰਨੇ ਜੱਟ ਕਿਸਾਨ ਮਜ਼ਦੂਰ ਹੀ ਪੂਰੇ ਹੋਏ ਆ। ਕਹਿੰਦਾ ਜੇ ਕਿਤੇ ਮੈਂ ਪੂਰਾ ਹੁੰਦਾ ਨਾ ਤੇ ਮੇਰੇ ਨਾਲ ਦੀ ਨੇ ਕਹਿੰਦਾ ਵੈਨ ਇਹੋ ਜਿਹੇ ਪਾਉਣੇ ਨੇ ਸਾਰੀ ਜ਼ਿੰਦਗੀ ਯਾਦ ਰੱਖਣਾ ਹੈ। ਉਹ ਕਹਿੰਦੀ ਕਿ ਵੇ ਗਾਮਿਆ ਤੇਰੀ ਜਗ੍ਹਾ ਮਰਦਾ ਮੋਦੀ, ਵੇ ਜਾਂ ਮਰਦਾ ਮੀਡੀਆ ਗੋਦੀ, ਵੇ ਗਰਨਾਮਿਆ। ਉਹ ਆਂਦਾ ਵੀ ਫਿਰ ਵੈਨ ਇਹੋ ਜਿਹੇ ਹੋਣੇ, ਵੇ ਤੇਰੀ ਜਗ੍ਹਾ ਤੇ ਮਰਦਾ ਖੱਟੜ, ਅਸੀਂ ਵਿਛਾਉਂਦੀਆਂ ਰੰਗਲੇ ਤੱਪੜ, ਹਾਏ ਵੇ ਗਰਨਾਮਿਆ। ਕਹਿੰਦੀ ਨਾ ਤੇਰਾ ਲਾਉਣੇ ਮਾਰਨਾ ਸਾਰੇ ਉਹਨਾਂ ਨੂੰ ਹੀ ਵੈਨ ਪਾਉਣੇ ਸੀ, ਵੈਨ ਉਹੀ ਪਾਉਣੇ। ਵੇ ਤੇਰੀ ਮੜੀ ਤੋਮਰ ਦੀ ਬਲਦੀ, ਸਾਡੀ ਵੀ ਦਿੱਲੀ ਦਾਲ ਗਲਦੀ, ਵੇ ਗਰਨਾਮਿਆ। ਕਿਆ ਵਾ, ਇਹ ਗਰਨਾਮਾ ਮੀਰਜ਼ਾਦਾ? ਹਾਂ ਮੀਰਜ਼ਾਦਾ ਸੀ। ਉਹ ਕਹਿੰਦਾ ਹੁਣੇ ਇਹੋ ਜਿਹਾ। ਅੱਛਾ ਅੱਛਾ। ਹਾਂਜੀ ਵੇ ਤੇਰੀ ਜਗ੍ਹਾ ਤੇ ਮਰਦਾ ਬਾਦਲ, ਜਿੰਨੇ ਕੀਤਾ ਪੰਜਾਬ ਨੂੰ ਪਾਗਲ, ਵੇ ਗਰਨਾਮਿਆ। ਤੇਰੀ ਆਈ ਮਰਦਾ ਮਹਾਰਾਜਾ, ਜਿੰਨੇ ਧੋਖਾ ਕੀਤਾ ਤਾਜਾ, ਵੇ ਗਰਨਾਮਿਆ। ਕਿਆ ਬਾਤ। ਵੇ ਤੇਰੀ ਆਈ ਮਰ ਜਾਂਦੇ ਸਾਰੇ, ਜਿੰਨਾ ਲਾਏ ਜਨਤਾ ਨੂੰ ਲਾਰੇ, ਵੇ ਗਰਨਾਮਿਆ। ਆਂਦੀ ਹਾਈਵੇ ਗਰਨਾਮਿਆ। ਤੇਰੀ ਆਈ ਮਰਦੇ ਅੰਬਾਨੀ, ਜਿੰਨਾ ਜ਼ਮੀਨ ਖੋਣ ਦੀ ਠਾਣੀ, ਵੇ ਗਰਨਾਮਿਆ। ਆਂਦਾ ਵੇ ਤੇਰੀ ਆਈ ਮਰਦਾ ਅਮਿਤ ਸ਼ਾਹ, ਨਾਲੇ ਕੰਗਣਾ ਸਿਰ ਸਵਾ, ਵੇ ਗਰਨਾਮਿਆ। ਕਿਆ ਬਾਤ। ਇਹ ਦੇਖੋ ਇਹ ਗੱਲ ਲੋਕਾਂ ਦੀ ਆਵਾਜ਼ ਹੈ। ਲੋਕਾਂ ਦੀ ਆਵਾਜ਼ ਵੀ ਵੈਨ ਹੀ ਉਹਨਾਂ ਦੇ ਪੈਣੇ ਚਾਹੀਦੇ ਅਸਲ ਇੱਕ ਵੈਨਾਂ ਦੀ ਤੁਸੀਂ ਗੱਲ, ਇਹ ਵੈਨ ਵਾਲੇ ਤਰੀਕੇ ਨਾਲ ਹੀ ਤੁਸੀਂ ਕਵਿਤਾ ਜਿਹੜੀ ਸਿਰਜੀ ਬਹੁਤ ਵਧੀਆ। ਪਹਿਲੀ ਵਾਰੀ ਇੱਦਾਂ ਦੀ ਗੱਲ ਸੁਣਨ ਦਾ ਮੌਕਾ ਮਿਲਿਆ। ਵਾਲ ਸਾਹਿਬ ਵਾਕਿਆ ਤੁਸੀਂ ਬੜੇ ਗੁਣਾਂ ਦੀ ਗੁਥਲੀ ਹੋ। ਨਹੀਂ ਮਤਲਬ ਚਾਹੀਦੇ ਵੀ ਇਹੋ ਜਿਹੇ ਨਾ ਅਸਲ 'ਚ। ਅਸੀਂ ਲੋਕਾਂ ਨੇ ਕੀ ਕੀਤਾ ਕਿ ਸਿੱਧੀਆਂ ਸਾਧੀਆਂ ਗੱਲਾਂ ਕੀਤੀਆਂ ਇਹਨਾਂ ਲੋਕਾਂ ਨੂੰ ਇੰਨਾ ਕੁ ਕਟਾਕਸ਼ ਚਾਹੀਦਾ ਕਿ ਇਹਨਾਂ ਲੋਕਾਂ ਨੂੰ ਖੁਦ ਪਤਾ ਲੱਗੇ। ਹੁਣ ਜਿਹੜਾ ਤੋਮਰ ਹੈ ਉਹ ਐਂ ਗੂਗਲ ਜਾ ਜਾਂਦਾ, ਹੁਣ ਮੈਂ ਕਹਿਤਾ ਹੂੰ
ਉਹਨੂੰ ਬੰਦਾ ਪੁੱਛੇ ਵੀ ਤੂੰ ਕਹਿੰਦਾ ਤਾਂ ਕਹੀ ਜਾ ਭਾਈ, ਨਾ ਤੂੰ ਸਾਰੀ ਜ਼ਿੰਦਗੀ ਹਾਲ ਵਾਹੁਣਾ, ਨਾ ਤੂੰ ਸਾਰੀ ਜ਼ਿੰਦਗੀ ਕੁਛ ਕਰਨਾ, ਜੇ ਤੇਰੀ ਕੋਈ ਜ਼ਮੀਨ ਜਾਇਦਾਦ ਹੋਊਗੀ ਉਹ ਲੋਕਾਂ ਸਾਂਭ ਲੈਣੀ। ਮੈਂ ਜਿਵੇਂ ਅੱਗੇ ਗੱਲ ਕੀਤੀ ਸੀ ਕਿ 4 ਸਾਹਾਂ, ਉਹ ਕਈ ਵਾਰ ਕਹਿੰਦੇ ਹੁੰਦੇ ਮਸਕੀਨ ਸਾਹਿਬ ਕਿ ਆਦਮੀ ਦਮ ਆਇਆ ਤੇ ਆਦਮੀ ਆ, ਨਹੀਂ ਤੇ ਮਿੱਟੀ ਦੀ ਢੇਰੀ ਆ। ਪਰ ਅਸੀਂ ਉਹੀ ਗੱਲ ਹੋ ਗਈ ਕਿ ਜਿੱਦਣ ਕੋਈ ਮਾੜਾ ਜਿਹਾ ਹਵਾ ਆ ਗਈ ਉਦੋਂ ਹੀ ਆਪਾਂ ਚੜ ਜਾਂਦੇ ਆ। ਕਿਸੇ ਨੇ ਕਹਿਤਾ, ਕਿਸੇ ਨੇ ਮੈਨੂੰ ਕਹਿਤਾ ਬਲ ਸਾਹਿਬ ਕਿਆ ਬਾਤ ਹੈ, ਬਹੁਤ ਵਧੀਆ ਬਹੁਤ ਵਧੀਆ, ਤੇ ਬਲ ਸਾਹਿਬ ਤੇ ਬਹਿ ਜਾਣੇ ਉਹ ਪਿੱਪਲ ਦੀ ਟੀਸੀ ਤੇ ਉੱਤੇ ਭਾਵੇਂ ਮਾੜੀ ਜਿਹੀ ਹਵਾ ਵਾ ਤਾਂ ਚੱਲ ਥੱਲੇ। ਤੇ ਉਹੀ ਹਿਸਾਬ ਇੱਥੇ ਸਾਡੀ ਜਨਤਾ ਦਾ ਹੋਇਆ ਪਿਆ ਵੀ ਸਹੀ ਜਿੰਨੇ ਵੀ, ਚਲੋ ਭਾਰਤ ਸਾਰੇ ਨੂੰ ਛੱਡੀ, ਪੰਜਾਬੀ ਤੇ ਸੁਧਰ ਜੀਏ। ਪੰਜਾਬੀ ਸੁਧਰਨ ਦੀ ਗੱਲ ਹੁੰਦੀ ਜੀ, ਜਿਹੜੇ ਕਲਾਕਾਰ ਕਹਿੰਦੇ ਹਾਂਜੀ ਕਿਸੇ ਵੀ ਸਮਾਜ ਦੇ ਕਲਾਕਾਰ ਆ, ਕਿਸੇ ਵੀ ਆਇਨਾ, ਹਾਂ ਆਇਨਾ ਚਿਹਰਾ ਹੁੰਦੇ, ਬਿਲਕੁਲ ਉਹ ਚਿਹਰਾ ਉਹ ਦੱਸਦਾ ਬਿਲਕੁਲ ਕਿਸ ਇਹ ਸਮਾਜ ਕਿੱਦਾਂ ਦਾ ਹੋਊਗਾ, ਇਹ ਲੋਕ ਕਿੱਦਾਂ ਦੇ ਹੋਣਗੇ। ਪੰਜਾਬੀਆਂ ਬਾਰੇ ਆਮ ਗੱਲ ਹੈ ਜੀ। ਅੱਗੇ ਤਾਂ ਇਹ ਹੁੰਦਾ ਸੀਗਾ, ਥੋੜੀ ਦੇਰ ਪਹਿਲਾਂ ਦੀ ਗੱਲ ਨਹੀਂ, ਬਹੁਤੀ ਪੁਰਾਣੀ ਨਹੀਂ, ਕਿਸਾਨੀ ਅੰਦੋਲਨ ਤੋਂ ਪਹਿਲਾਂ ਜਿੰਨੇ ਵੀ ਸਿੰਗਰਾਂ ਨੇ ਗੀਤ ਗਾਉਣੇ ਉਹ ਸਾਰੇ ਜਿਹੜੇ ਆ ਉਹ ਨਸ਼ਿਆਂ ਤੇ ਗੱਲ, ਹਥਿਆਰਾਂ ਤੇ ਗੱਲ, ਗੈਂਗਾਂ ਤੇ ਗੱਲ, ਜਾਂ ਕਿਸੇ ਦੀ ਮਤਲਬ ਧੀ ਭੈਣ ਦੀਆਂ ਲੱਤਾਂ ਦੀ ਸਿਫਤ ਕਰਤੀ, ਹਾਂਜੀ ਕਿਸੇ ਦੇ ਉਹ ਸਰੀਰ ਦੀ ਸਿਫਤ ਕਰਦੀ, ਕਿਸੇ ਦੇ ਕੱਪੜੇ ਦੀ ਸਿਫਤ ਕਰਦੀ, ਕਾਰਾਂ ਦੀ ਸਿਫਤਾਂ ਕਰੀ ਜਾਂਦੇ, ਮਤਲਬ ਮਟੀਰੀਅਲਿਸਟਿਕ। ਉਸ ਤੋਂ ਬਾਅਦ ਕੁਝ ਚੇਂਜ ਤਬਦੀਲੀ ਆਈ। ਅੱਜ ਕੱਲ੍ਹ ਫਿਰ ਚਰਚਾ ਬਹੁਤ ਜ਼ਿਆਦਾ ਛਿੜੀ ਹੋਈ ਹੈ ਇੱਕ ਸਿੰਗਰ ਦੀ, ਕੀ ਮਸਲਾ? ਉਹ ਵੇਖੋ ਜੀ, ਮਸਲਾ ਇਹ ਉਹੀ ਆ ਕਿ ਉਹ ਜਿਸ ਤਰ੍ਹਾਂ ਅਸੀਂ ਕਹਿੰਦੇ ਨੇ ਕਲਾ ਨੂੰ ਆਪਾਂ ਨੈਗੇਟਿਵ ਪਾਸੇ ਲੈ ਗਏ ਹਾਂ। ਚਾਹੇ ਉਹ ਅਸੀਂ ਐਂਕਰ ਹੋਈਏ, ਚਾਹੇ ਜਿਹੜੇ ਦੂਜੇ, ਲੇਕਿਨ ਜਿਵੇਂ ਮੈਂ ਹੁਣ ਕਟਾਕਸ਼ ਦੀ ਗੱਲ ਕੀਤੀ ਸੀ, ਗੁਰਨਾਮੇ ਵਾਲੀ ਗੱਲ, ਕਟਾਕਸ਼ ਵੀ ਕਰੋ ਤਾਂ ਉਹਦਾ ਕਿਸੇ ਤਰੀਕੇ ਨਾਲ ਕਰੋ। ਤੇ ਜਿਹੜੇ ਸਿੰਗਰ ਵੀਰ ਆ ਉਹਨਾਂ ਨੂੰ ਇਹ ਬੇਨਤੀ ਆ ਵੀ ਭਾਈ ਸਾਹਿਬ, ਜੇ ਤੁਸੀਂ ਵੀ ਜਿਹੜਾ ਗਾਉਣਾ ਹੈ ਨਾ, ਜੇ ਸਮਾਜ ਨੂੰ ਅੱਜ ਤੁਸੀਂ ਸੇਧ ਨਹੀਂ ਦਿੰਦੇ, ਕੱਲ ਨੂੰ ਤੁਹਾਡੀ ਵੀ ਮੁੰਡਾ ਹੋਣਾ ਜਾਂ ਕੁੜੀ ਹੋਣੀ, ਤੁਹਾਡੀ ਵੀ ਔਲਾਦ ਹੋਣੀ ਹੈ, ਤੇ ਲੰਘਣਾ ਉਹਨਾਂ ਨੇ ਵੀ ਉਸੇ ਰਸੇ ਆ। ਉਹ ਸਾਡੇ ਬਜ਼ੁਰਗ ਗੱਲ ਸੁਣਾਉਂਦੇ ਹੁੰਦੇ, ਕਹਿੰਦੇ ਕਿ ਉਹ ਕਿਸੇ ਦੇ ਘਰ ਨੂੰ ਅੱਗ ਲੱਗੀ ਤੇ ਉਹ ਬੰਦਾ ਕਹਿੰਦਾ ਭਾਜੀ ਉਹ ਫਲਾਣੇ ਦੇ ਘਰ ਨੂੰ ਅੱਗ ਲੱਗੀ, ਕਹਿੰਦਾ ਯਾਰ ਲੱਗ ਹੀ ਲੱਗ ਜੇ, ਮੈਂ ਕੀ ਕਰਾਂ, ਮੈਂ ਕੀ ਕਰ ਸਕਦਾ। ਉਹ ਮੁੜ ਕੇ ਕਹਿੰਦਾ ਨਹੀਂ ਭਾਜੀ ਉਹਦੇ ਘਰ ਦੇ ਨਾਲ ਤੁਹਾਡਾ ਘਰ ਹੈ, ਤੁਹਾਡੇ ਘਰ ਨੂੰ ਵੀ ਅੱਗ ਦਾ ਸੇਕ ਪਹੁੰਚ। ਕਹਿੰਦਾ ਅੱਛਾ, ਉਹ ਕਹਿੰਦਾ ਉਹ ਤੇਰੀ, ਹਾਂ ਪਹਿਲਾਂ ਨਹੀਂ ਦੱਸਿਆ, ਕਹਿੰਦਾ ਅੱਛਾ, ਕਹਿੰਦਾ ਨਹੀਂ ਭਾਜੀ ਉਹ ਸਮਝੋ ਵੀ ਤੁਹਾਡੇ ਘਰ ਨੂੰ ਵੀ ਨਾਲ ਲੱਗ ਜਾਣੀ, ਉੱਠ ਕੇ ਦਵਾ ਦਾ ਭੱਜ ਉੱਠਿਆ। ਮਤਲਬ ਅਸੀਂ ਉਦੋਂ ਉੱਠ ਕੇ ਭੱਜਦੇ ਹਾਂ, ਚਾਹੇ ਸਾਡੇ ਘਰ ਆ ਵੜਦੀ ਗੱਲ। ਹਾਂ ਬਿਲਕੁਲ, ਜਦੋਂ ਉਦੋਂ ਫਿਰ ਪਤਾ ਲੱਗਦਾ, ਫਿਰ ਕਹਿੰਦੇ ਲੈ ਉਹ ਤਾਂ ਸਾਰੀ ਉਮਰ ਕੰਜਰਪੁਣਾ ਕਰਦਾ ਰਿਹਾ, ਉਹਦੀ ਲਾਦ ਇਹੋ ਜਿਹੀ ਨਿਕਲਣੀ। ਉਦੋਂ ਸਾਨੂੰ ਜ਼ਿੰਦਗੀ 'ਚ, ਕਿਉਂਕਿ ਕਹਿੰਦੇ ਆ ਕਿ ਭਲਵਾਨ ਦਾ ਤੇ ਬਹੁਤ ਮਸ਼ਹੂਰ ਬੰਦਾ ਜਿਹੜਾ ਕਲਾਕਾਰ ਹੋਵੇ, ਉਹਦਾ ਬੁਢਾਪਾ ਇਸ ਕਰਕੇ ਔਖਾ ਹੋ ਜਾਂਦਾ ਕਿ ਉਹਨੂੰ ਪੁਰਾਣੀਆਂ ਯਾਦਾਂ ਮਾਰਦੀਆਂ। ਭਲਵਾਨ ਨੂੰ ਪੁਰਾਣੀ ਖੁਰਾਕ ਤੇ ਉਹਦੀ ਪੁਰਾਣੀਆਂ ਵਰਜਿਸ਼ਾਂ ਮਾਰ ਜਾਂਦੀਆਂ, ਉਹ ਤੁਰਿਆ ਨਹੀਂ ਜਾਂਦਾ ਜਾਂ ਹਾਵੀ ਹੋ ਜਾਂਦੇ ਨੇ ਗੋਡਿਆਂ ਨਾਲ। ਜਿਹੜੇ ਵੱਡੇ ਲੀਡਰ ਨੇ ਜਾਂ ਦੂਜੇ, ਇਹਨਾਂ ਨੂੰ ਹੁਣ ਉਹ ਪੁਰਾਣੀਆਂ ਯਾਦਾਂ ਮਾਰ ਜਾਂਦੀਆਂ ਵੀ ਮੈਂ ਏਡੇ ਉਹਦੇ ਤਾਂ ਏਡੇ, ਉਹ ਚੀਜ਼ਾਂ ਹੀ ਲੈ ਕੇ ਕਈ ਵਾਰ ਅਸੀਂ ਕਹਿੰਦੇ ਫਲਾਣਾ ਬੰਦਾ ਬਹੁਤ ਪੜ੍ਹਿਆ ਤੇ ਉਹਨੂੰ ਜੋਬ ਨਹੀਂ ਮਿਲੀ ਤੇ ਮੈਂਟਲੀ ਡਿਸਟਰਬ ਹੋ ਗਿਆ। ਸੇਮ ਚੀਜ਼ ਇਹਨਾਂ ਦੀ ਹੈ, ਪ੍ਰਮਾਤਮਾ ਬਾਇਲੈਂਸ ਰੱਖਦਾ ਆ। ਭੁੱਲ ਜਾਓ, ਤੁਸੀਂ ਜੋ ਬੀਜਦੇ ਜੇ ਉਹੀ ਵੱਢਣਾ ਹੈ। ਚਾਹੇ ਤੁਸੀਂ ਕਲਾਕਾਰ ਜੇ, ਚਾਹੇ ਤੁਸੀਂ ਐਂਕਰ ਜੇ, ਚਾਹੇ ਤੁਸੀਂ ਲੀਡਰ ਜੇ, ਚਾਹੇ ਤੁਸੀਂ ਦੁਨੀਆ ਦੇ ਬਿਜ਼ਨਸਮੈਨ ਜੇ। ਇਹ ਨਹੀਂ ਵੀ ਜ਼ਿੰਦਗੀ 'ਚ ਕੁਛ ਨਹੀਂ ਹੋਣਾ। ਉਹ ਮੈਨੂੰ ਟਾਟਾ ਜੀ ਦੀ ਇੱਕ ਗੱਲ ਬੜੀ ਵਧੀਆ ਲੱਗਦੀ ਆ, ਕਹਿੰਦੇ ਵੀ ਚਾਹੇ ਜੋ ਉਹਨਾਂ ਦੇ, ਵੈਸੇ ਤਾਂ ਉਹਨਾਂ ਹਿੰਦੀ 'ਚ ਬੋਲਿਆ ਵੀ ਜੋ ਮਰਜ਼ੀ ਕਰ ਲਈਏ, ਲੇਕਿਨ ਅੰਤ ਉੱਥੇ ਜਾ ਕੇ ਹੋਣਾ ਜਿੱਥੇ ਸਾਡੇ ਕੰਮਾਂ ਦਾ ਹਿਸਾਬ ਕਿਤਾਬ ਹੋਣਾ। ਬਿਲਕੁਲ। ਇਹ ਅਸੀਂ ਜੀ ਇਹ ਬਹਾਨਾ ਹੈ ਪੰਜਾਬੀ ਸੱਥ ਦਾ। ਪੰਜਾਬੀ ਸੱਥ 'ਚ ਬੈਠ ਕੇ ਅਸੀਂ ਪੰਜਾਬੀਆਂ ਦੀ ਗੱਲ ਕਰਦੇ ਹਾਂ। ਕਵਿਤਾ ਇੱਕ ਮਾਧਿਅਮ ਹੈ, ਸੌਖਾ ਸੰਚਾਰ ਮਾਧਿਅਮ ਹੈ, ਛੇਤੀ ਗੱਲ ਜਿਹੜੀ ਉਹ ਸਮਝ ਆਉਂਦੀ ਹੈ। ਤੇ ਬਾਲੀ ਸਾਹਿਬ 'ਚ ਇੱਕ ਸਿਫਤ ਵੀ ਹੈਗੀ ਕਿ ਇਹ ਗੱਲ ਨੂੰ ਬਹੁਤੀ ਵਲ ਫਰੇਬ ਨਾਲ ਨਹੀਂ ਕਰਦੇ, ਇਹ ਸਿੱਧੀ ਪੱਧਰੀ ਦੀ ਗੱਲ ਕਰਦੇ ਆ। ਨਾਲ ਪਿੰਡ ਦੇ ਮੀਰਜ਼ਾਦੇ ਦੀ ਗੱਲ ਜੋੜ ਲੈਂਦੇ ਆ। ਇਹ ਮੀਰਜ਼ਾਦਾ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ, ਪਰ ਉਹਦੀ ਗੱਲ ਸੁਣਾ ਕੇ ਇਸ ਤਰੀਕੇ ਨਾਲ ਇਹਨਾਂ ਦੀ ਪੇਸ਼ਕਾਰੀ ਹੁੰਦੀ ਕਿ ਸੌਖੀ ਸਮਝ ਆ ਜਾਵੇ। ਮਸਲਾ ਉਹੀ ਹੈ ਕਿ ਪੰਜਾਬੀਆਂ ਨੂੰ ਮੱਤ ਦੇਣੀ ਨਹੀਂ ਮਸਲਾ ਸਾਡਾ ਕੋਈ ਮਕਸਦ ਨਹੀਂ ਹੈ ਕਿ ਅਸੀਂ ਸਲਾਹ ਦੇ ਸਕਦੇ, ਮੱਤ ਨਹੀਂ, ਕਿਉਂਕਿ ਸਲਾਹ ਹੈ ਐਜ ਏ ਭੈਣ ਭਰਾ, ਕਿਉਂਕਿ ਸਿਆਣੇ ਦੇ ਬੱਚੇ ਦੀ ਵੀ ਸੁਣੋ। ਸਾਨੂੰ ਬੱਚੇ ਸਮਝ ਕੇ ਚਾਹੇ ਸੁਣੋਗੇ ਨਾ, ਤੇ ਫਿਰ ਆਂਦੇ ਨਾ ਭੁੱਖੇ ਹੋਈਏ ਨਾ ਸਿਰ ਅਸਮਾਨ ਚੱਕੀਏ, ਵੇਖ ਮੁਖ ਦਾ ਬਹੁਤਾ ਕਦੇ ਰੱਜੀਏ ਨਾ, ਇੱਜ਼ਤ ਸਭ ਦੀ ਇੱਕੋ ਜਿਹੀ ਹੁੰਦੀ ਮੱਲਾ, ਵੇਖ ਬਗਾਨੀਆਂ ਕਦੇ ਵਿੱਚ ਵੱਜੀਏ ਨਾ। ਬਹੁਤ ਖੂਬ। ਕਿਉਂਕਿ ਅੱਜ ਵੀ ਤੁਸੀਂ ਹੁਣ ਸਿੰਗਰਾਂ ਦੀ ਗੱਲ ਕੀਤੀ ਵੀ ਇਹ ਇੱਥੇ ਹੀ ਲੈਣੀਆਂ ਦੇਣੀਆਂ, ਇੱਥੇ ਸਭ ਨੇ ਦੇਣੀਆਂ ਨੇ। ਭੈਣ ਸਹੁਰਿਆਂ ਦੇ ਘਰ ਕਦੇ ਕਦੇ ਜਾਈਏ ਤੇ ਕਿੱਲਾ ਡੰਗਰ ਦਾ ਰਾਹ ਵਿੱਚ ਗੱਡੀਏ ਨਾ, ਕਿਉਂਕਿ ਹਮੇਸ਼ਾ ਜੇ ਲੋਕਾਂ ਨੂੰ ਠੇਡਾ ਲੱਗੂ ਤੇ ਕਦੀ ਤੁਸੀਂ ਵੀ ਡਿੱਗੋਗੇ। ਭੈਣ ਤੇ ਸਹੁਰਿਆਂ ਦੀ ਕੀ ਗੱਲ? ਭੈਣ ਤੇ ਸਹੁਰਿਆਂ ਦੇ ਕਦੇ ਕਦੇ ਜਾਈਏ, ਕਦੇ ਕਦੇ ਜਾਈਏ।
ਕਿਉਂਕਿ ਬਹੁਤਾ ਭੈਣ ਦੇ ਘਰ ਨਹੀਂ ਜਾਣਾ ਚਾਹੀਦਾ, ਬਹੁਤਾ ਸਹੁਰੇ ਦੇ ਵੀ ਨਹੀਂ ਜਾਣਾ ਚਾਹੀਦਾ। ਕਦੇ ਕਦੇ ਜਾਈਏ ਤੇ ਕਿੱਲਾ ਡੰਗਰ ਦਾ ਰਾਹ ਵਿੱਚ ਗੱਡੀਏ ਨਾ, ਝੂਠੇ ਸਾਧ ਤੇ ਠਰਕੀ ਬੰਦੇ ਦੇ ਕੋਲ, ਸੋਹਣੀ ਤੀਵੀ ਨੂੰ ਭੁੱਲ ਕੇ ਛੱਡੀਏ ਨਾ, ਟੀਚਰ ਜੱਜ ਮਰਾਸੀ ਨੂੰ ਨਾ ਕਦੇ ਕਰੀਏ, ਤੇ ਵੇਖ ਪੁਲਿਸ ਵੀ ਪੈਰ ਕਦੇ ਦੱਬੀਏ ਨਾ। ਵਿਆਹ ਤੇ ਵਿਚੋਲੇ ਤੇ ਹਲਵਾਈ ਚੋਂ, ਜਦੋਂ ਵਿਆਹ ਹੋਵੇ ਨਾ ਉਦੋਂ ਵਿਚੋਲੇ ਤੇ ਹਲਵਾਈ ਤੇ ਇੱਕ ਚੀਜ਼ ਦਾ ਖਿਆਲ ਰੱਖਣਾ ਚਾਹੀਦਾ, ਵਿਆਹ ਵਿੱਚ ਵਿਚੋਲੇ ਤੇ ਹਲਵਾਈ ਚੋਂ ਬਿਨਾਂ ਗੱਲ ਤੋਂ ਨੁਕਸ ਕਦੇ ਕੱਢੀਏ ਨਾ। ਕਿਉਂਕਿ ਵਿਚੋਲੇ ਦਾ ਵੀ ਪਤਾ ਨਹੀਂ, ਜੇ ਵਿਆਹ ਹੁੰਦਿਆਂ ਵਿਟਰ ਗਿਆ ਤਾਂ ਕੁਝ ਵੀ ਕਰ ਸਕਦਾ, ਤੇ ਹਲਵਾਈ ਖੁਸ਼ੀ ਪਰ ਛੋਟਾ ਹੀ ਪਾ ਦੇ। ਹਾਂਜੀ, ਵਿਆਹ 'ਚ ਵਿਚੋਲੇ ਤੇ ਹਲਵਾਈ ਚੋਂ ਬਿਨਾਂ ਗੱਲ ਤੋਂ ਨੁਕਸ ਕਦੇ ਕੱਢੀਏ ਨਾ, ਤੇ ਲੀਡਰ ਬੰਦਿਆਂ ਤੋਂ ਨਾ ਬਾਹਲੀ ਆਸ ਰੱਖੀਏ, ਤੇ ਗਰੀਬ ਹੋਵੇ ਜੇ ਯਾਰ ਕਦੇ ਛੱਡੀਏ ਨਾ। ਪੈਸੇ ਪਿੱਛੇ ਜ਼ਮੀਰ ਕਦੇ ਮਾਰੀਏ ਨਾ, ਤੇ ਫਲ ਛਾਂ ਵਾਲਾ ਰੁੱਖ ਕਦੇ ਵੱਢੀਏ ਨਾ। ਤੇ ਭਾਵੇਂ ਲੱਖ ਕਸੂਰ ਹੋਵੇ ਮਾਪਿਆਂ ਦਾ, ਤੇ ਥਾਣੇ ਪੰਚਾਇਤ ਵਿੱਚ ਗਾਲ ਕਦੇ ਕੱਢੀਏ ਨਾ। ਤੇ ਫੁੱਫੜ ਮਾਮਾ ਤੇ ਜੀਜਾ ਇੱਕ ਸਮਝੀਏ, ਤੇ ਬੱਲ ਰਿਸ਼ਤੇਦਾਰ ਗਰੀਬ ਵੇਖ ਛੱਡੀਏ ਨਾ। ਕਿਆ ਬਹੁਤ ਖੂਬ ਬਲ ਸਾਹਿਬ, ਬਹੁਤ ਮਿਹਰਬਾਨੀ, ਤੁਸੀਂ ਸਮਾਂ ਕੱਢਦੇ ਹੋ, ਬੜੀਆਂ ਪਿਆਰੀਆਂ ਪਿਆਰੀਆਂ ਸਿੱਖਿਆ ਦਾ ਇੱਕ ਗੱਲਾਂ ਕਰਦੇ ਹੋ। ਸਲਾਹਾਂ ਜੀ ਮੱਤ ਕੋਈ ਨਹੀਂ। ਹਾਂ ਬਿਲਕੁਲ ਬਿਲਕੁਲ ਜੀ, ਉਹ ਕੀ ਇਹਦੇ ਸੁਣ ਲਓ, ਜੇ ਨਹੀਂ ਵਧੀਆ ਲੱਗਦੀ ਇਧਰੋਂ ਸੁਣਿਓ, ਇਧਰੋਂ ਕੱਢ ਛੱਡਿਓ, ਜੇ ਵਧੀਆ ਲੱਗਦੀਆਂ ਤੇ ਤੁਸੀਂ ਵੀ ਵਿੱਚ ਮਾੜਾ ਮੋਟਾ ਯੋਗਦਾਨ ਪਾਓ। ਪਰ ਅਸੀਂ ਫਿਕਰਮੰਦ ਜ਼ਰੂਰ ਹਾਂ ਜੀ ਪੰਜਾਬੀ ਬਾਰੇ, ਪੰਜਾਬ ਬਾਰੇ ਤੇ ਪੰਜਾਬੀਅਤ ਬਾਰੇ। ਤੁਸੀਂ ਕਿੰਨੇ ਕੁ ਫਿਕਰਮੰਦ ਹੋ, ਆਪਦੀ ਗੱਲ ਵੀ ਸਾਡੇ ਨਾਲ ਸਾਂਝੀ ਕਰਿਓ। ਜੇ ਕਰੋਗੇ ਤੇ ਅਸੀਂ ਅਗਲੇ ਪ੍ਰੋਗਰਾਮ ਵਿੱਚ ਉਹਨੂੰ ਸ਼ਾਮਲ ਕਰ ਲਾਂਗੇ। ਇੱਕ ਮੈਂ ਗੱਲ ਹੋਰ ਦੱਸ ਦੇਣੀ ਚਾਹੁੰਦਾ, ਮੈਂ ਤੇ ਬਲ ਸਾਹਿਬ ਇਹ ਪ੍ਰੋਗਰਾਮ ਕਰਦੇ ਹਾਂ, ਸਾਡੀ ਪਹਿਲਾਂ ਕੋਈ ਆਪਸ ਵਿੱਚ ਤਿਆਰੀ ਨਹੀਂ ਹੁੰਦੀ, ਅਸੀਂ ਕਿ ਜਿਹੜੀ ਗੱਲ ਸਾਹਮਣੇ ਆ ਗਈ ਉਹੀ ਕਰ ਦੇਣੀ ਹੈ, ਤੇ ਮਕਸਦ ਤਾਂ ਇੱਕੋ ਹੀ ਹੈ ਕਿ ਗੱਲ ਪੰਜਾਬ ਦੀ ਕਰਨੀ ਹੈ, ਪੰਜਾਬੀ ਦੀ ਕਰਨੀ ਹੈ ਤੇ ਪੰਜਾਬੀ ਦੀ ਕਰਨੀ ਹੈ। ਆਓ ਰਲ ਮਿਲ ਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰੀਏ, ਔਰ ਗੱਲਬਾਤ ਦਾ ਮੁੱਦਾ ਜਿਹੜਾ ਉਹ ਸਲਾਹਾਂ ਤੱਕ ਸੀਮਤ ਰੱਖਾਂਗੇ, ਅਸੀਂ ਮਤਾਂ ਦੇਣ ਜੋਗੇ ਹੈ ਨਹੀਂ। ਬਲ ਸਾਹਿਬ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਤੁਹਾਡੇ ਬਹੁਤ ਮਿਹਰਬਾਨੀ ਸਾਰੇ ਦਰਸ਼ਕਾਂ।